ਬੀਤੀ ਸ਼ਾਮ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਤਲਖ ਸੀ। ਉਹ ਆਪਣੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਤੇ ਭੜਕ ਜਾਂਦੇ ਆ। ਬ੍ਰਹਮ ਸ਼ੰਕਰ ਜਿੰਪਾ ਹੱਥ ਜੋੜੀ ਖੜੇ ਸੀ। ਭਾਵੇਂ ਇਹ ਖਬਰ ਨੇ ਬਹੁਤੀ ਤੂਲ ਨਹੀਂ ਫੜੀ ਔਰ ਛੇਤੀ ਮੈਨੇਜ ਕਰ ਲਈ ਗਈ, ਲੇਕਿਨ ਪ੍ਰਤੱਖ ਦਰਸ਼ੀਆਂ ਦੇ ਸਾਹਮਣੇ ਸਾਰਾ ਕੁਝ ਵਾਪਰਦਾ ਹੈ। ਉਸ ਤੋਂ ਪਹਿਲਾਂ ਕੱਲ ਮੁੱਖ ਮੰਤਰੀ ਲਗਭਗ 12 ਵਜੇ ਦੇ ਕਰੀਬ ਪੰਜਾਬ ਭਵਨ ਦੇ ਵਿੱਚ ਪ੍ਰੈਸ ਮੀਟ 'ਚ ਸੀਗੇ। ਇੰਦਰਪ੍ਰੀਤ ਉਸ ਮੌਕੇ ਤੇ ਹਾਜ਼ਰ ਸੀ। ਪ੍ਰੈਸ ਕਾਨਫਰੰਸ ਤੋਂ ਬਾਅਦ ਮੁੱਖ ਮੰਤਰੀ ਚਾਹ ਦੇ ਕੱਪ ਤੇ ਵੀ ਸਿਲੈਕਟਿਵ ਪੱਤਰਕਾਰਾਂ ਦੇ ਰੂਬਰੂ ਸੀ। ਉਹਨਾਂ ਨਾਲ ਗੱਲਬਾਤ ਕਰਦੇ ਸੀ ਔਰ ਗੱਲਬਾਤ ਗੈਰ ਰਸਮੀ ਸੀ ਔਰ ਗੱਲਬਾਤ ਦੇ ਵਿੱਚ ਇੰਦਰਪ੍ਰੀਤ ਸ਼ਾਮਲ ਸੀਗੇ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਰਦੇ ਓਲੇ ਨੇ, ਗੈਰ ਰਸਮੀ ਨੇ, ਉਹਨਾਂ ਨਾਲ ਤੁਹਾਡੀ ਸਾਂਝ ਪਾਉਣ। ਅਗਲੀ ਗੱਲ, ਚੰਡੀਗੜ੍ਹ ਤੋਂ ਸੀਨੀਅਰ ਜਰਨਲਿਸਟ ਹਰਕਵਲ ਜੀ ਉਹ ਇੱਕ ਰਿਪੋਰਟ ਕਰ ਰਹੇ ਆ ਔਰ ਉਹ ਕਹਿ ਰਹੇ ਨੇ ਕਿ ਬੀਤੇ ਦਿਨਾਂ ਦੇ ਵਿੱਚ ਦੋ ਵੱਡੀਆਂ ਕੰਪਨੀਆਂ ਪੰਜਾਬ ਦੇ ਵਿੱਚ ਨਿਵੇਸ਼ ਕਰਨ ਲਈ ਸਪੈਸ਼ਲ ਤੌਰ ਤੇ ਸਮਾਂ ਲੈ ਕੇ ਮੁੱਖ ਮੰਤਰੀ ਕੋਲ ਆਈਆਂ, ਲੇਕਿਨ ਮੁੱਖ ਮੰਤਰੀ ਸਮਾਂ ਦੇ ਕੇ ਵੀ ਉਹਨਾਂ ਨੂੰ ਨਹੀਂ ਮਿਲੇ ਔਰ ਉਸ ਤੋਂ ਬਾਅਦ ਉਹ ਨਿਵੇਸ਼ ਦੇ ਨਾਂ ਤੇ ਖਾਮੋਸ਼ੀ ਹੈ। ਇਹ ਇਸੇ ਤਰ੍ਹਾਂ ਦਾ ਇੱਕ ਮਾਮਲਾ ਸੀ ਕਿ ਪੰਜਾਬ ਦੇ ਬਹੁਤ ਸਾਰੇ, ਖਾਸ ਤੌਰ ਤੇ ਲੁਧਿਆਣੇ ਦੇ ਸਨਅਤਕਾਰ ਯੂਪੀ ਦੇ ਮੁੱਖ ਮੰਤਰੀ ਨੂੰ ਮਿਲ ਕੇ ਆਏ ਸੀ ਔਰ ਉਹਨਾਂ ਨੇ ਕਾਫੀ ਸਾਰਾ ਨਿਵੇਸ਼ ਉੱਥੇ ਕਰਨ ਦੀ ਗੱਲ ਕੀਤੀ ਸੀ। ਇਹ ਸਾਰੇ ਜ਼ਿਕਰ ਵੀ ਨਾਲ ਸ਼ਾਮਲ ਨੇ, ਆਪਾਂ ਇਹਦੇ ਤੇ ਵੀ ਜਾਣਦੇ ਆ। ਲੇਕਿਨ ਦੂਜੀ ਖਬਰ ਜਿਹੜੀ ਉਹ ਵੀ ਕਾਫੀ ਵੱਡੀ ਆ ਔਰ ਅਹਿਮ ਆ ਕਿ ਮਾਲਖਾਨਿਆਂ ਦੇ ਵਿੱਚ ਜਿਹੜੇ ਹਥਿਆਰ ਆਮ ਤੌਰ ਤੇ ਬਾਹਰੋਂ ਜ਼ਬਤ ਕੀਤੇ ਜਾਂਦੇ ਆ ਵੱਖ-ਵੱਖ ਲੋਕਾਂ ਕੋਲੋਂ, ਜਿਨ੍ਹਾਂ ਦੇ ਵਿੱਚ ਗੈਂਗਸਟਰ ਵੀ ਨੇ ਜਾਂ ਹੋਰ ਵੀ ਹਥਿਆਰ ਜ਼ਬਤ ਹੁੰਦੇ ਆ, ਉਹ ਮਾਲਖਾਨਿਆਂ 'ਚ ਚਲੇ ਜਾਂਦੇ ਆ। ਮਾਲਖਾਨਿਆਂ 'ਚੋਂ ਹਥਿਆਰ ਗਾਇਬ ਹੋਣ ਦਾ ਮਾਮਲਾ ਕੋਈ ਨਵਾਂ ਨਹੀਂ ਆ, ਗਾਇਬ ਬਗਾਏ ਇਹੋ ਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ, ਪਰ ਹੁਣ ਇਹ ਨਾਜ਼ੁਕ ਦੌਰ 'ਚ ਹੈ। ਇਹਦੇ ਉੱਤੇ ਵੀ ਜਾਣਦੇ ਆ। ਕੌਮੀ ਇਨਸਾਫ ਮੋਰਚਾ ਅਗਲੇ 15 ਦਿਨਾਂ ਦੇ ਵਿੱਚ ਆਪਣੇ ਅੰਜਾਮ ਨੂੰ ਹੋਵੇਗਾ। ਹਾਈ ਕੋਰਟ ਨੇ ਸਖਤ ਰੁਖ ਅਖਤਿਆਰ ਕੀਤਾ ਹੈ ਔਰ ਇਹਦੇ ਨਾਲ ਜਦੋਂ ਅਸੀਂ ਕੱਲ ਮੁੱਖ ਮੰਤਰੀ ਦੇ ਰਵੱਈਏ ਦੇ ਵਿੱਚੋਂ ਮੇਲੇ 'ਚ ਅਮਰੂਦਾਂ ਨੂੰ ਕੌਣ ਪੁੱਛਦਾ ਵਾਲੀ ਗੱਲ ਸੁਣਦੇ ਆ ਨਾ, ਤੇ ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਕਾਫੀ ਗੁੱਸੇ 'ਚ ਸੀਗੇ। ਸਵਾਲ ਕਾਂਗਰਸ ਦੀਆਂ ਉੱਪਰਲੀਆਂ ਸਫਾਂ ਦੇ ਵਿੱਚ ਅੱਜ ਕੱਲ ਚੱਲਦੀ ਗੁਫ਼ਤਗੂ ਦਾ ਵੀ ਹੈ ਔਰ ਉਧਰ ਨਤੀਸ਼ਤਾ ਇੰਡੀਆ ਗੱਠਜੋੜ ਦੇ ਨਾਲ ਚੱਲਣ ਦੇ ਨਾਲ ਹੋਰ ਰੁਖ ਵੀ ਹੈ ਸ਼ਰਦ ਪਵਾਰ ਦਾ। ਇਹ ਕਾਫੀ ਸਾਰੇ ਮਾਮਲੇ ਆ ਔਰ ਰਾਜਸਥਾਨ ਦੇ ਵਿੱਚ ਵਸੁੰਧਰਾ ਨੂੰ ਭਾਜਪਾ ਇਗਨੋਰ ਕਰਕੇ ਕਿੰਨਾ ਕੁ ਅੱਗੇ ਵੱਧ ਪਾਊਗੀ। ਸਾਰੀਆਂ ਖਬਰਾਂ ਨਾਲ ਅੱਗੇ ਵਧਦੇ ਆ। ਇੰਦਰਪ੍ਰੀਤ ਜੀ, ਮੈਨੂੰ ਇਹ ਜ਼ਰੂਰ ਸਮਝਾਇਓ, ਤੁਸੀਂ ਕੱਲ ਉਹਨਾਂ ਨੂੰ ਮਿਲੇ ਸੀ, ਕਿ ਕੱਲ ਦਿਨ ਵੇਲੇ ਵੀ ਉਹ ਤਲਖ ਸੀ ਜਿਹੜੇ ਸ਼ਾਮ ਨੂੰ ਬ੍ਰਹਮ ਸ਼ੰਕਰ ਜਿੰਪਾ ਨੂੰ ਕਾਫੀ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨਾ ਪਿਆ? ਉਹਨਾਂ ਦੇ ਜੁੜੇ ਹੋਏ ਹੱਥ ਪੂਰੇ ਪੰਜਾਬ ਨੇ ਦੇਖੇ ਨੇ। ਇਹਦਾ ਮਤਲਬ ਮੁੱਖ ਮੰਤਰੀ ਗੁੱਸਾ ਜਦੋਂ ਕਰਦੇ ਬਹੁਤ ਕਰਦੇ। ਵੈਸੇ ਇਸ ਤਰ੍ਹਾਂ ਦੇ ਹਾਲਾਤ ਅਕਸਰ ਸਰਾ ਪ੍ਰਕਾਸ਼ ਸਿੰਘ ਬਾਦਲ ਨਾਲ ਬਣਦੇ ਹੁੰਦੇ ਸੀ, ਜਦੋਂ ਉਹਨਾਂ ਦੇ ਕੰਨ ਵਿੱਚ ਮਰਹੂਮ ਕੈਪਟਨ ਕਵਲਜੀਤ ਕੁਝ ਨਾ ਕੁਝ ਕਹਿੰਦੇ ਨਜ਼ਰ ਆਉਂਦੇ ਹੁੰਦੇ ਸੀ। ਸੁਖਬੀਰ ਦੇ ਨਾਲ ਵੀ ਡਾਕਟਰ ਚੀਮਾ ਔਰ ਅਕਸਰ ਜਿਹੜੇ ਭੁੰਦੜ ਸਾਹਿਬ ਜਾਂ ਚੰਦੂ ਮਾਜਰਾ ਕੁਛ ਨਾ ਕੁਛ ਕਹਿੰਦੇ, ਪਰ ਉਹ ਤਲਖ ਨਹੀਂ ਹੁੰਦੇ। ਸੀਐਮ ਭਗਵੰਤ ਮਾਨ ਤਲਖ ਕਿਉਂ ਹੋਏ? ਰੰਧਾਵਾ ਸਾਹਿਬ, ਦੇਖੋ ਇਹਦੇ ਵਿੱਚ ਨਾ ਟਾਈਮ ਦੀ ਇੱਕ ਮੈਨੇਜਮੈਂਟ ਬਹੁਤ ਵੱਡਾ ਇਸ਼ੂ ਹੁੰਦਾ। ਜਦੋਂ ਅਸੀਂ ਬਾਰ-ਬਾਰ ਗੱਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਕਰਦੇ ਹਾਂ ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ 'ਚ ਇਹ ਬੜੀ ਖਾਸੀਅਤ ਸੀ ਕਿ ਉਹ ਜਿਸ ਬੰਦੇ ਨੂੰ ਜਿਹੜਾ ਟਾਈਮ ਦੇ ਦਿੰਦੇ ਸੀ ਉਸ ਤੋਂ 5 ਮਿੰਟ ਪਹਿਲਾਂ ਉੱਥੇ ਮੌਜੂਦ ਹੁੰਦੇ ਸੀ। ਕਦੇ ਅੱਜ ਤੱਕ ਮਤਲਬ ਉਹ ਟਾਈਮ ਤੋਂ ਲੇਟ ਨਹੀਂ ਹੋਏ। ਇਹ ਬਾਦਲ ਸਾਹਿਬ ਦਾ ਰਿਕਾਰਡ ਹੈ। ਇਸ ਕਰਕੇ ਜਿਹੜੀਆਂ ਅਗਲੇ ਪ੍ਰੋਗਰਾਮ ਹੁੰਦੇ ਨੇ ਉਹ ਫਿਰ ਇੱਕ ਆਪਣੇ ਆਪ ਹੀ ਟਾਈਮ ਸਿਰ ਚੱਲਦੇ ਰਹਿੰਦੇ ਆ। ਇੱਥੇ ਭਗਵੰਤ ਮਾਨ ਹੋਰਾਂ ਨੂੰ ਇਹ ਦਿੱਕਤ ਆ ਰਹੀ ਹੈ। ਜਿਵੇਂ ਕੱਲ ਪ੍ਰੈਸ ਕਾਨਫਰੰਸ ਦਾ ਟਾਈਮ ਹੀ 11 ਵਜੇ ਸੀ, ਪ੍ਰੈਸ ਕਾਨਫਰੰਸ ਹੀ 12:10 ਤੇ ਸ਼ੁਰੂ ਹੋਈ, ਯਾਨੀ ਕਿ 1 ਘੰਟਾ 10 ਮਿੰਟ ਆਲਰੇਡੀ ਲੇਟ ਹੈ। ਤੁਸੀਂ ਸਮਝ ਸਕਦੇ ਹੋ ਵੀ ਜਿਹੜੇ ਮੁੱਖ ਮੰਤਰੀ ਦੇ ਫਿਰ ਪ੍ਰੋਗਰਾਮ ਬੈਕ ਟੂ ਬੈਕ ਹੁੰਦੇ ਆ ਉਹ ਫਿਰ ਅੱਗੇ ਦੇ ਅੱਗੇ ਪੈਂਦੇ ਰਹਿੰਦੇ ਆ। ਸੋ ਮੈਨੂੰ ਲੱਗਦਾ ਵੀ ਜਿਹੜੀ ਕੱਲ ਜਦੋਂ ਹੁਸ਼ਿਆਰਪੁਰ ਇੱਥੋਂ ਗਏ ਆ ਉਹ ਵੀ ਬਹੁਤ ਕਾਹਲੀ 'ਚ ਗਏ ਆ। ਮਤਲਬ ਉਹ ਸਾਡੇ ਨਾਲ ਲੰਬੀ ਗੈਰ ਰਸਮੀ ਗੱਲਬਾਤ ਵੀ ਕਰ ਰਹੇ ਸੀ ਉਦੋਂ, ਔਰ ਬਹੁਤ ਲੰਬੇ ਟਾਈਮ ਬਾਅਦ ਉਹ ਪੱਤਰਕਾਰਾਂ ਨਾਲ ਖੁੱਲ ਕੇ ਗੱਲਾਂ ਕਰ ਰਹੇ ਸੀ। ਗੰਭੀਰ ਇਸ਼ੂਆਂ ਤੇ ਗੱਲ ਕਰ ਰਹੇ ਸੀਗੇ, ਪਰ ਪਿੱਛੇ ਜਿਹੜੇ ਉਹਨਾਂ ਦੇ ਆਫੀਸਰਸ ਨੇ ਜਾਂ ਉਹਨਾਂ ਦੇ ਨਾਲ ਜਿਹੜਾ ਸਟਾਫ ਹੈ ਉਹ ਲਗਾਤਾਰ ਉਹਨਾਂ ਨੂੰ ਕਰੀ ਜਾ ਰਿਹਾ ਸੀ ਵੀ ਨਹੀਂ ਸਰ ਆਪਾਂ ਚੱਲਣਾ, ਲੇਟ ਹੋ ਰਿਹਾ। ਤਾਂ ਉਹਦੇ ਵਿੱਚ ਦੇਖੋ ਉਹ ਗੱਲਾਂ ਰਹਿ ਗਈਆਂ। ਜੇ ਮੈਨੂੰ ਉਹੀ ਲੱਗਦਾ ਕਿ ਇਹੀ ਚੀਜ਼ ਪਹਿਲਾਂ ਵੀ ਹੋ ਸਕਦਾ, ਜਦੋਂ 1 ਘੰਟਾ 10 ਮਿੰਟ ਲੇਟ ਆਏ ਆ ਉਦੋਂ ਵੀ ਹੋ ਸਕਦਾ ਕਿ ਉਹਨਾਂ ਨੂੰ ਮਿਲਣ ਵਾਲਿਆਂ ਦੀ ਜਿਹੜੀ ਆਏ ਹੁੰਦੇ ਆ ਉਹ ਜਿਨ੍ਹਾਂ ਨੂੰ 15 ਮਿੰਟ ਦੇਣੇ ਆ ਉਹ ਅੱਧਾ ਘੰਟਾ ਲੈ ਕੇ ਬਹਿ ਜਾਣ। ਤਾਂ ਇਸ ਤਰ੍ਹਾਂ ਦੇ ਇਸ਼ੂ ਚੱਲਦੇ ਰਹਿੰਦੇ ਆ। ਜਿੰਪਾ ਨਾਲ ਵੀ ਮੈਨੂੰ ਲੱਗਦਾ ਇਹੀ ਹੋਇਆ ਹੋਣਾ ਕਿ ਜਦੋਂ ਉੱਥੇ ਮਤਲਬ ਪੱਤਰਕਾਰਾਂ ਨੇ ਉਹਨਾਂ ਨੂੰ ਰੋਕਿਆ ਹੋਣਾ ਤਾਂ ਨੈਚੁਰਲੀ ਜਿਹੜੇ ਅਗਲੇ ਪਿੰਡਾਂ ਦੇ ਪ੍ਰੋਗਰਾਮ ਹੈ ਉਹ ਫਿਰ ਲੇਟ ਹੁੰਦੇ ਜਾਂਦੇ ਆ। ਤਾਂ ਲੇਟ ਹੁੰਦੇ ਜਾਂਦੇ ਤਾਂ ਫਿਰ ਬੰਦਾ ਜਿਹੜਾ ਪ੍ਰਬੰਧਕ ਹੈ ਪਿੱਛੇ ਉਹਨਾਂ ਪ੍ਰੋਗਰਾਮਾਂ ਦਾ ਉਹ ਤਾਂ ਕਹਿੰਦਾ ਹੀ ਹੈ ਨਾ ਕਿ ਜੀ ਚਲੋ। ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੁੱਖ ਮੰਤਰੀ ਦਾ ਅੱਜ ਮੂਡ ਕੀ ਹੈ। ਮੁੱਖ ਮੰਤਰੀ ਤਾਂ ਅੱਜ
ਪੱਤਰਕਾਰਾਂ ਨਾਲ ਖੁੱਲ ਕੇ ਗੱਲਾਂ ਕਰਨਾ ਚਾਹੁੰਦੇ ਨੇ ਹਰ ਇਸ਼ੂ ਤੇ, ਚਾਹੇ ਉਹ ਚੰਡੀਗੜ੍ਹ ਕਰਕੇ ਗਏ, ਚਾਹੇ ਉਹ ਹੁਸ਼ਿਆਰਪੁਰ ਕਰਨਾ ਚਾਹੁੰਦੇ ਸੀ। ਪਰ ਪਿੱਛੋਂ ਜਦੋਂ ਹੁੱਜਾਂ ਦੀਆਂ ਮਾਰੀ ਜਾ ਰਹੀ ਸੀ ਕਿ ਨਹੀਂ ਜੀ ਅੱਗੇ ਚੱਲੀਏ ਅੱਗੇ ਚੱਲੀਏ, ਉਹਦੇ ਵਿੱਚ ਮੁੱਖ ਮੰਤਰੀ ਤਲਖ ਹੋ ਗਏ। ਤੇ ਉਹਨਾਂ ਨੇ ਕੁਝ ਮੈਨੂੰ, ਕਿਉਂਕਿ ਉਹ ਕੈਮਰੇ ਤੇ ਤਾਂ ਕੁਝ ਇਦਾਂ ਦਾ ਆਇਆ ਨਹੀਂ, ਸੁਣਿਆ ਨਹੀਂ, ਪਰ ਤਲਖੀ ਉਹਨਾਂ ਦੇ ਭਾਵ ਭਾਵ ਤੋਂ ਜਿਹੜੀ ਤਲਖੀ ਨਜ਼ਰ ਆਈ, ਤੇ ਉਸ ਤੋਂ ਬਾਅਦ ਜਿਹੜਾ ਰਿਐਕਸ਼ਨ ਜਿੰਪਾ ਸਾਹਿਬ ਹੋਰਾਂ ਦਾ ਸੀ ਹੱਥ ਜੋੜਨ ਵਾਲਾ, ਉਸ ਤੋਂ ਤੁਸੀਂ ਸਹਿਜ ਅੰਦਾਜ਼ਾ ਲਗਾ ਸਕਦੇ ਹੋ ਕਿ ਮੁੱਖ ਮੰਤਰੀ ਨੇ ਗੁੱਸੇ 'ਚ ਉਹਨਾਂ ਨੂੰ ਕੁਝ ਨਾ ਕੁਝ ਤਾਂ ਕਿਹਾ ਹੀ ਹੋਣਾ। ਇੱਕ ਚੀਜ਼ ਇਹਦੇ ਵਿੱਚ ਸ਼ਾਮਲ ਹੋਣੀ ਬੜੀ ਜ਼ਰੂਰੀ ਹੈ ਕਿ ਮੁੱਖ ਮੰਤਰੀ ਦਾ ਪਾਵਰਫੁਲ ਹੋਣਾ। ਇੱਕ ਮੰਤਰੀ ਜੇਕਰ, ਕਿਉਂਕਿ ਆਮ ਤੌਰ ਤੇ ਕਾਂਗਰਸੀ ਸਭਾ ਦੇ ਵਿੱਚ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਲਈਏ ਤੇ ਆਮ ਤੌਰ ਦੇ ਉੱਤੇ ਚੰਨੀ ਜਾਂ ਬਾਕੀ ਕੋਈ ਇੰਨੀ ਨਹੀਂ ਪ੍ਰਵਾਹ ਕਰਦਾ ਕਿ ਮੁੱਖ ਮੰਤਰੀ ਠੀਕ ਹੈ ਬੜੀ ਪਾਵਰ ਵਾਲੇ ਹੁੰਦੇ ਆ, ਪਰ ਜਿਸ ਤਰੀਕੇ ਨਾਲ ਜਿੰਪਾ ਦੀ ਸਥਿਤੀ ਸੀ ਔਰ ਜਿਸ ਤਰ੍ਹਾਂ ਉਹ ਸਟਰਕ ਹੋ ਗਏ, ਸੁੰਨ ਹੋ ਕੇ ਰਹਿ ਗਏ, ਇਹਦਾ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਬੇਹੱਦ ਪਾਵਰਫੁਲ ਨੇ। ਔਰ ਜਿੰਪਾ ਨੂੰ ਇਸ ਗੱਲ ਦਾ ਇੱਕ ਯਕਦਮ ਅੰਦਾਜ਼ਾ ਹੋ ਗਿਆ ਕਿ ਮੇਰੇ ਨਾਲ ਕੁਝ ਵੀ ਵਾਪਰ ਸਕਦਾ, ਸਾਡੇ ਮੁੱਖ ਮੰਤਰੀ ਗੁੱਸੇ 'ਚ ਆ ਗਏ, ਔਰ ਇਹ ਇੱਕ ਸੁਨੇਹਾ ਸਾਰੀ ਸਟੇਟ ਵਿੱਚ ਵੀ ਗਿਆ। ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਨੂੰ ਇਹ ਤਲਖੀ ਨਾਲ ਫਾਇਦਾ ਵੀ ਹੋਇਆ ਹੋਊਗਾ, ਲੇਕਿਨ ਇਹਦਾ ਨੁਕਸਾਨ ਵੀ ਹੋਇਆ ਕਿ ਇੱਕ ਕਾਮਨਰ ਇਸ ਤਰ੍ਹਾਂ ਰਿਐਕਟ ਕਿਉਂ ਕਰੇ, ਔਰ ਉਹ ਵੀ ਜਦੋਂ ਉਹ ਏਡੀ ਵੱਡੀ ਜ਼ਿੰਮੇਵਾਰੀ ਵਾਲੀ ਅਹੁਦੇ ਤੇ ਹੋਵੇ, ਉਹਨੂੰ ਇੰਨਾ ਗੁੱਸਾ ਆਉਣਾ ਠੀਕ ਨਹੀਂ ਮੰਨਿਆ ਜਾਂਦਾ, ਕਿਉਂਕਿ ਬੜੇ ਨਾਜ਼ੁਕ ਮੌਕੇ ਆਉਂਦੇ ਆ। ਜੇ ਇੰਨਾ ਗੁੱਸੇ ਵਾਲਾ ਮੁੱਖ ਮੰਤਰੀ ਹੋਊਗਾ ਤੇ ਉਹ ਗਲਤ ਫੈਸਲਾ ਵੀ ਲੈ ਸਕਦਾ, ਉਹ ਕਿਤੇ ਰਾਇਵਲਰੀ ਦੇ ਵਿੱਚ ਨੁਕਸਾਨ ਵੀ ਕਿਸੇ ਦਾ ਕਰ ਸਕਦਾ, ਜਿਹਦਾ ਉਹਨੂੰ ਬਾਅਦ ਚ ਅਫਸੋਸ ਵੀ ਹੋ ਸਕਦਾ। ਬਿਲਕੁਲ, ਇਹ ਗੁੱਸੇ 'ਚ ਦੇਖੋ, ਮੈਨੂੰ ਤਾਂ ਖੁਦ ਲੱਗਦਾ ਕਿ ਗੁੱਸਾ ਜਿਹੜਾ ਹੈਗਾ ਉਹ ਐਡੇ ਵੱਡੇ ਅਹੁਦੇ ਤੇ ਬੈਠ ਕੇ ਕਰਨਾ ਜਾਇਜ਼ ਨਹੀਂ, ਉਹ ਵੀ ਪਬਲਿਕਲੀ ਤਾਂ ਬਿਲਕੁਲ ਹੀ ਜਾਇਜ਼ ਨਹੀਂ ਹੁੰਦਾ। ਤੁਸੀਂ ਉਹਨਾਂ ਨੂੰ ਅੰਦਰ ਬਿਠਾ ਕੇ ਕਿਤੇ ਗੁੱਸੇ 'ਚ ਹੋ ਜਾਓ, ਕਿਸੇ ਕੋਈ ਕੰਮ ਤੇ ਤੁਹਾਡਾ ਉਹਨਾਂ ਨਾਲ ਨਜ਼ਰੀਆ ਨਹੀਂ ਮਿਲ ਰਿਹਾ, ਉੱਥੇ ਉਹ ਤਾਂ ਇੱਕ ਅਲੱਗ ਚੀਜ਼ ਹੈ, ਕਿਉਂਕਿ ਉਹ ਫਿਰ ਬਿਟਵੀਨ ਟੂਜ਼ ਹੈ। ਲੇਕਿਨ ਇੱਥੇ ਤਾਂ ਪਬਲਿਕਲੀ ਜਿਹੜਾ ਗੁੱਸਾ ਹੁੰਦਾ ਉਹਦਾ ਤਾਂ ਮਤਲਬ ਉਹਦਾ ਰਿਐਕਸ਼ਨ ਤਾਂ ਕਾਫੀ ਹੁੰਦਾ ਹੀ ਹੈ, ਉਹਦਾ ਅਸਰ ਵੀ ਕਾਫੀ ਰਹਿੰਦਾ ਹੈ। ਇਹ ਤਾਂ ਦੇਖੋ ਹੁਣ ਜਿੰਪਾ ਸਾਹਿਬ ਨਾਲ ਕੀ ਹੋਣਾ ਹੈ। ਹਾਲਾਂਕਿ ਮੁੱਖ ਮੰਤਰੀ ਨੇ ਕੱਲ ਪੱਤਰਕਾਰਾਂ ਨੂੰ ਤੇ ਕਹਿਤਾ ਵੀ ਰੀਸ਼ਫਲ ਤਾਂ ਕੋਈ ਨਹੀਂ ਹੋਏਗੀ, ਤੁਸੀਂ ਸਾਡੇ ਮੰਤਰੀਆਂ ਨੂੰ ਡਰਾਇਆ ਨਾ ਕਰੋ, ਪਰ ਕੱਲ ਤਾਂ ਖੁਦ ਹੀ ਉਹਨਾਂ ਨੇ ਡਰਾਤਾ ਇੰਨਾ, ਮੈਨੂੰ ਲੱਗਦਾ ਜਿੰਪਾ ਸਾਹਿਬ ਤਾਂ ਜ਼ਰੂਰ ਡਰ ਗਏ ਹੋਣੇ ਇਸ ਮਾਮਲੇ ਨੂੰ ਲੈ ਕੇ। ਮੁੱਖ ਮੰਤਰੀ ਸਾਹਿਬ ਨੂੰ ਇਹ ਪੁੱਛ ਲਓ ਵੀ ਤੁਹਾਡੇ ਮੰਤਰੀ ਕੁਝ ਵੀ ਕਰੀ ਜਾਣ ਤੇ ਆਪਾਂ ਬਦਲਨੇ ਨਹੀਂ, ਇਹ ਤਾਂ ਪੱਕਾ ਫੈਵੀਕੋਲ ਦਾ ਜੋੜ ਲੱਗ ਗਿਆ ਵੀ ਜਿਹੜੇ ਹੈਗੇ ਆ, ਭਾਵੇਂ ਉੱਥੇ ਤੁਸੀਂ ਡੀਡੀਪੀਓ ਨੂੰ ਠੋਕ ਦੋ, ਪਰ ਡੀਡੀਪੀਓ ਦੇ ਮਗਰ ਕੌਣ, ਉੱਥੇ ਤੱਕ ਨਹੀਂ ਝਾਤੀ ਮਾਰਨੀ, ਅਸੀਂ ਬਦਲਾਅ ਨਾਲ ਆਏ ਆ। ਤੁਸੀਂ ਜੋ ਮਰਜ਼ੀ ਕਟਾਰੂ ਚੱਕ ਸਾਹਿਬ ਕਰੀ ਜਾਣ ਤੇ ਜੋ ਮਰਜ਼ੀ ਹੋਵੇ, ਐਥੀਕਲੀ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਣਾ, ਬੜੀ ਇੱਜ਼ਤ ਹੋ ਰਹੀ ਹੈ। ਹਾਂਜੀ ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ। ਵੈਸੇ ਰੰਧਾਵਾ ਜੀ, ਇਹ ਪੋਲੀਟੀਕਲ ਗੁੱਸੇ ਨਾ ਦੋ ਤਰੀਕੇ ਦੇ ਹੁੰਦੇ ਨੇ। ਇੱਕ ਤੇ ਗੁੱਸਾ ਨਿਕਲ ਜਾਂਦਾ ਹੈ, ਇੱਕ ਗੁੱਸਾ ਦਿਖਾਉਣ ਵਾਸਤੇ ਹੁੰਦਾ ਹੈ ਕਿ ਪਬਲਿਕਲੀ ਜਦ ਕੋਈ ਮੁੱਖ ਮੰਤਰੀ ਆਪਣੇ ਕਿਸੇ ਮੰਤਰੀ ਨੂੰ ਗੁੱਸਾ ਦਿਖਾ ਰਿਹਾ ਹੈ ਤੇ ਪਬਲਿਕ ਦੇ ਵਿੱਚ ਕੀ ਮੈਸੇਜ ਜਾਏ, ਇਹ ਡੈਲੀਬਰੇਟ ਗੁੱਸਾ ਹੁੰਦਾ ਹੈ। ਬਾਕੀ ਗੁੱਸਾ ਨਿਕਲ ਜਾਣ ਵਾਲੀ ਤੇ ਗੱਲ ਹੈਗੀ। ਔਰ ਜਿੰਪਾ ਉਹਨਾਂ ਦਾ ਜਿਹੜਾ ਕੱਲ ਪੋਜ਼ ਸੀਗਾ ਉਹ ਏਦਾਂ ਸੀਗਾ ਜਿੱਦਾਂ ਦਰਬਾਰ ਦੇ ਵਿੱਚ ਕੋਈ ਖੜਾ ਹੋਏ, ਰਹਿਮ ਆਲਮਪਨਾ ਰਹਿਮ, ਇਸ ਤਰੀਕੇ ਦਾ ਪੋਜ਼ ਬਣਾਉਣ ਤੋਂ ਬਾਅਦ ਇਹ ਦਿਖਾਉਣ ਵਾਲਾ ਗੁੱਸਾ ਸੀਗਾ, ਇਹ ਕੋਈ ਮੈਸੇਜ ਕਨਵੇ ਕਰਨ ਵਾਲਾ ਗੁੱਸਾ ਸੀਗਾ, ਜਾਂ ਫਿਰ ਨਿਕਲ ਗਿਆ ਵਾਲਾ ਗੁੱਸਾ ਸੀਗਾ, ਇਹ ਹੁਣ ਦੇਖਣਾ ਪਏਗਾ। ਜੀ ਇੰਦਰਪ੍ਰੀਤ ਜੀ, ਹੁਣ ਅੱਗੇ ਲੱਗੇ ਵਧਾਓ ਗੈਰ ਰਸਮੀ ਗੱਲਬਾਤ ਜਿਹੜੀ ਤੁਹਾਡੀ ਉਹਨਾਂ ਨਾਲ ਹੋਈ ਪੱਤਰਕਾਰ ਮੀਟਿੰਗ ਤੋਂ ਮਿਲਣੀ ਤੋਂ ਬਾਅਦ। ਜੀ ਦੇਖੋ, ਇੱਕ ਬੜਾ ਇੰਪੋਰਟੈਂਟ ਕੁਐਸਚਨ ਮਤਲਬ ਇਹਦੇ ਵਿੱਚ ਆਇਆ ਸੀਗਾ ਕਿ ਲੋਕ ਲੇਖਾ ਕਮੇਟੀ ਨੇ ਜਿਹੜੀਆਂ ਸਿਫਾਰਿਸ਼ਾਂ ਕੀਤੀਆਂ ਨੇ ਉਹ ਉਹਨਾਂ ਦਾ ਕੀ ਕਰ ਰਹੀ ਹੈ ਗਵਰਨਮੈਂਟ, ਕੀ ਬਿਜਲੀ ਦੀ ਸਬਸਿਡੀ ਜਿਹੜੀ ਹੁਣ ਤੱਕ ਸੰਗਤ ਕਰ ਰਹੀ ਹੈ, ਕੀ ਮੀਟਰਿੰਗ ਕੀਤੀ ਜਾਏਗੀ, ਜਾਂ ਵੱਡੇ ਜਿਹੜੇ ਜ਼ਿਮੀਂਦਾਰ ਹੈਗੇ ਨੇ ਉਹਨਾਂ ਨੂੰ ਛੱਡਿਆ ਜਾਏਗਾ, ਜਾਂ ਜਿੱਥੇ ਨਹਿਰੀ ਪਾਣੀ ਉਪਲਬਧ ਹੈ ਉੱਥੇ ਟਿਊਬਵੈਲ ਕਨੈਕਸ਼ਨ ਵਾਪਸ ਲਿੱਤੇ ਜਾਣਗੇ। ਇਸ ਤਰ੍ਹਾਂ ਦਾ ਜਿਹੜੀਆਂ ਸਿਫਾਰਿਸ਼ਾਂ ਆਪਾਂ ਲੰਬੀ ਡਿਸਕਸ਼ਨ ਇਸ ਪ੍ਰੋਗਰਾਮ 'ਚ ਕਰ ਚੁੱਕੇ ਹਾਂ, ਉਹਦੇ ਤੇ ਹਜੇ ਤੱਕ ਗਵਰਨਮੈਂਟ ਵੱਲੋਂ ਕੋਈ ਰਿਐਕਸ਼ਨ ਨਹੀਂ ਸੀ ਆਇਆ। ਸੋ ਕੱਲ ਬੜਾ ਮੌਕਾ ਸੀ ਤੇ ਸਾਡੀ ਇੱਕ ਪੱਤਰਕਾਰ ਨੇ ਜਦੋਂ ਪੁੱਛਿਆ ਤੇ ਤਾਂ ਚੀਫ ਮਿਨਿਸਟਰ ਨੇ ਬਹੁਤ ਕਲੀਅਰ ਕਿਹਾ ਵੀ ਅਸੀਂ ਇਹ ਕੁਝ ਨਹੀਂ ਕਰ ਸਕਦੇ, ਕਿਉਂਕਿ ਇਹ ਬੜਾ ਔਖਾ ਹੈ। ਵੱਡੇ ਤੇ ਛੋਟੇ ਕਿਸਾਨਾਂ 'ਚ ਮਤਭੇਦ ਕਰਨਾ ਬੜਾ ਔਖਾ ਹੈ, ਕਿਉਂਕਿ ਜੇ ਕਰ ਦਿੰਦੇ ਆ ਤਾਂ ਫਿਰ ਬਾਅਦ 'ਚ ਇਹੀ ਜਿਹੜੇ ਵੱਡੇ ਕਿਸਾਨ ਨੇ ਫਿਰ ਉਹ ਇੱਧਰ ਉੱਧਰ ਆਪਣੀਆਂ ਜ਼ਮੀਨਾਂ ਨੂੰ ਤਕਸੀਮ ਕਰਾ ਲੈਂਦੇ ਆ, ਫਿਰ ਉਹ ਵੀ ਉਹ ਛੋਟੇ ਹੀ ਹੋ ਜਾਂਦੇ ਆ। ਸੋ ਇਹ ਸਰਕਾਰ ਲਈ ਵੀ ਔਖਾ ਹੈ, એનર્ਜੀ ਜ਼ਿਆਦਾ ਯੂਜ਼ ਹੁੰਦੀ ਹੈ। ਅਸੀਂ ਇਹਦੇ 20 ਪਲਾਨ ਦੇ ਉੱਤੇ ਕੰਮ ਕਰ ਰਹੇ ਫਿਰ, ਕਿਉਂਕਿ ਉੱਥੇ ਪ੍ਰੈਸ ਕਾਨਫਰੰਸ ਤਾਂ ਇਹ ਗੱਲ ਨਹੀਂ ਹੋਈ, ਲੇਕਿਨ ਜਦੋਂ ਗੈਰ ਰਸਮੀ ਗੱਲਬਾਤ ਜਦੋਂ ਅਸੀਂ ਕਰ ਰਹੇ ਸੀ ਉਦੋਂ ਇਹਨਾਂ ਨੇ ਆਪਣਾ ਬਹੁਤ ਵੱਡਾ ਇਸ ਤੇ ਖੁਲਾਸਾ ਕੀਤਾ ਕਿ ਅਸੀਂ ਇਹ ਕੋਸ਼ਿਸ਼ ਕਰਾਂਗੇ, ਕਿਉਂਕਿ ਅਸੀਂ ਉਹਨਾਂ ਦਾ ਧਿਆਨ ਇਸ ਵੱਲ ਦਵਾਇਆ ਸੀਗਾ ਕਿ ਜਿਹੜਾ ਗਰਾਊਂਡ ਵਾਟਰ ਹੈ ਉਹ ਬਹੁਤ ਥੱਲੇ ਜਾ ਰਿਹਾ ਹੈ ਔਰ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਪੰਜਾਬ ਖੜਾ ਹੀ ਆਪਣੇ ਗਰਾਊਂਡ ਵਾਟਰ ਦੇ ਉੱਤੇ ਹੈ, ਜੇ ਸਾਡੇ ਕੋਲ ਉਹੀ ਨਹੀਂ ਰਿਹਾ ਤਾਂ ਮੈਨੂੰ ਲੱਗਦਾ ਕਿ ਅੱਗੇ ਚੱਲਣਾ ਸਾਨੂੰ ਮੁਸ਼ਕਿਲ ਹੋ ਜਾਏਗਾ। ਸੋ ਇਹ ਨਹੀਂ ਕਿ ਮੁੱਖ ਮੰਤਰੀ ਇਸ ਚੀਜ਼ ਨੂੰ ਸਮਝ ਨਹੀਂ ਰਹੇ, ਉਹ ਸਮਝ ਰਹੇ ਹੈ, ਲੇਕਿਨ
ਉਹ ਆਪਣੇ ਹੋਰ ਤਰੀਕੇ ਅਪਣਾਉਣਾ ਚਾਹੁੰਦੇ ਆ। ਉਹ ਚਾਹੁੰਦੇ ਆ ਕਿ ਨਹਿਰੀ ਪਾਣੀ ਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰੀਏ। ਉਹਨਾਂ ਨੇ ਕਿਹਾ ਵੀ ਕੱਲ ਇਹ ਕਿ ਅਸੀਂ ਸਿਰਫ 35% ਯੂਜ਼ ਕਰ ਰਹੇ ਹਾਂ। ਅਸੀਂ ਤਾਂ ਆਪਣਾ ਜਿੰਨਾ ਸਾਨੂੰ ਮਿਲਿਆ ਹੋਇਆ ਪਾਣੀ ਹੈ ਉਹੀ ਪ੍ਰੋਪਰ ਯੂਜ਼ ਨਹੀਂ ਕਰ ਰਹੇ। ਸੋ ਔਰ ਉਹਨਾਂ ਦੀ ਇਹ ਗੱਲ ਠੀਕ ਵੀ ਹੈ। ਅਸੀਂ ਪ੍ਰੋਪਰ ਜਿਹੜੇ ਸਾਡੇ ਪੁਰਾਣੇ ਖਾਲ ਸੀ ਉਹ ਦੇਖੋ ਸਾਰੇ ਹੀ ਵਾਹ ਲਏ ਹੈ। ਸੋ ਉਹਨਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਮਤਲਬ ਖਾਲ ਦੀ ਬਜਾਏ ਅਸੀਂ ਪਾਈਪਾਂ ਨਾਲ ਮਤਲਬ ਉੱਥੇ ਪਾਣੀ ਪਹੁੰਚਾਉਣ ਦੇ ਯਤਨ ਕਰਾਂਗੇ। ਤੇ ਦੂਜਾ ਇਸੇ ਜਿਹੜਾ ਹੁਣ ਵੀਟ ਦਾ ਸੀਜ਼ਨ ਆਊਗਾ ਇਸੇ 'ਚ ਅਸੀਂ 50% ਤੋਂ ਉੱਪਰ ਲੈ ਕੇ ਜਾਵਾਂਗੇ ਵੀ 50% ਤੋਂ ਉੱਪਰ ਅਸੀਂ ਨਹਿਰੀ ਪਾਣੀ ਯੂਜ਼ ਕੀਤਾ। ਸੋ ਅੱਗੇ ਇਹਦੇ ਵਿੱਚ ਇੰਦਰਪ੍ਰੀਤ ਜੀ ਕੁਝ ਪ੍ਰੈਕਟੀਕਲ ਅਪਰੋਚ ਦਾ ਵੀ ਮਾਮਲਾ ਹੈ। ਪਤਾ ਨਹੀਂ ਤੁਸੀਂ ਖੇਤੀ ਕੀਤੀ ਕਿ ਨਹੀਂ। ਮੈਂ ਜਦੋਂ ਥੋੜੇ ਸਮੇਂ ਲਈ ਖੇਤੀ ਕੀਤੀ ਲੇਕਿਨ ਉਦੋਂ ਕੀ ਹੁੰਦਾ ਸੀਗਾ ਕਿ ਸਭ ਤੋਂ ਔਖਾ ਮਰਹਲਾ ਹੁੰਦਾ ਸੀਗਾ ਜਦੋਂ ਪਾਣੀ ਦੀ ਵਾਰੀ ਤੇ ਪਾਣੀ ਲਾਉਣਾ। ਰਾਤ ਨੂੰ ਆ ਜਾਣੀ, ਰਾਤੀ 2 ਵਜੇ 1:30 ਵਜੇ 2 ਘੰਟੇ ਲਈ ਆ ਜਾਣੀ, ਉਹਦੇ 'ਚ 1 ਕਿੱਲਾ ਭਰ ਜਾਂਦਾ ਹੁੰਦਾ ਸੀ ਜਾਂ ਜੋ ਵੀ, ਕਿਉਂਕਿ ਕਿਸਾਨ ਬਹੁਤ ਕੰਫਰਟ ਜ਼ੋਨ 'ਚ ਚਲੇ ਗਿਆ, ਸੁੱਖ ਰਹਿਣੇ ਹੋ ਗਿਆ। ਜਦੋਂ ਤੁਸੀਂ 8 ਘੰਟੇ ਦੀ ਬਿਜਲੀ ਲੈਂਦੇ ਹੋ ਸਿਰਫ ਆਟੋਮੈਟਿਕ ਜਿਹੜਾ ਸਟਾਰਟਰ ਹੈਗਾ ਉਹਦੇ ਨਾਲ ਮੋਟਰ ਚੱਲ ਪੈਂਦੀ ਆ। 3 ਕਿੱਲਿਆਂ 'ਚ ਇੱਕ ਮੋਟਰ ਆਮ ਤੌਰ ਤੇ ਹੈਗੀ ਆ, ਉਹ ਉਹਨੂੰ ਭਰਦੀ ਰਹਿੰਦੀ ਆ, ਪਾਣੀ ਸੁੱਕਦੇ ਨਹੀਂ। ਕਿਸਾਨ ਹੁਣ ਜਿੱਦਾਂ ਉਹ ਟੂਰਿਜ਼ਮ ਵਾਂਗ ਹੀ ਗੇੜਾ ਮਾਰਦੇ ਆ ਖੇਤ ਵੱਲ। ਮੁੱਖ ਮੰਤਰੀ ਸਾਹਿਬ ਇਸ ਗੱਲ ਨੂੰ ਸ਼ਾਇਦ ਪਾਸੇ ਰੱਖ ਰਿਹਾ, ਕਿਸੇ ਨੇ ਜੇ ਅਵੇਲੇਬਲ ਫ੍ਰੀ ਬਿਜਲੀ ਹੈ ਤੇ ਮੋਟਰ ਵੀ ਲੱਗੀ ਹੋਈ ਆ, ਕਿਸੇ ਨੇ ਪਾਣੀ ਲਾਉਣ ਖਾਲ ਦਾ ਨਹੀਂ ਜਾਣਾ, ਨਹਿਰ ਦਾ ਪਾਣੀ ਲਾਉਣ ਨਹੀਂ ਜਾਣਾ। ਮੁੱਖ ਮੰਤਰੀ ਸਾਹਿਬ ਦੂਰ ਦੀਆਂ ਗੱਲਾਂ ਕਰ ਰਿਹਾ। ਜੇ ਪਾਣੀ ਬਚਾਉਣਾ ਕੁਝ ਹੋਰ ਕਰਨਾ ਪਊਗਾ, ਇਹਦਾ ਕੋਈ ਰਿਜ਼ਲਟ ਨਹੀਂ ਨਿਕਲਣਾ। ਮੁੱਖ ਮੰਤਰੀ ਜੋ ਮਰਜ਼ੀ ਢਿੱਲ ਲਾ ਲੈਣ ਜੀ। ਨਹੀਂ ਬਿਲਕੁਲ ਇਹ ਤਾਂ ਇੱਕ ਉਹਦਾ ਹਿੱਸਾ ਹੈ, ਪਲਾਨ ਦਾ ਉਹਨਾਂ ਦਾ ਵੱਡਾ ਹੈਗਾ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਿਹੜੇ ਪੈਡੀ ਤੋਂ ਅਲਟਰਨੇਟਿਵ ਵੀ ਸੋਚ ਰਹੇ ਹਾਂ ਵੀ ਪੈਡੀ ਦੇ ਬਰਾਬਰ ਦੀ ਜੇ ਕੋਈ ਮਤਲਬ ਕੋਈ ਕ੍ਰੌਪ ਹੈਗੀ ਹੈ ਉਹਨੂੰ ਕਿਵੇਂ ਮੈਨੇਜ ਕਰਨਾ ਹੈ, ਇੱਕ ਉਹ ਲੈ ਕੇ ਆਈਏ ਤੇ ਕੀ ਉਹਨੂੰ ਫੂਡ ਪ੍ਰੋਸੈਸਿੰਗ ਰਾਹੀਂ ਉਹਦੀ ਵੈਲਿਊ ਐਡ ਕਰ ਸਕਦੇ ਆ। ਉਸ ਤਰ੍ਹਾਂ ਦੇ ਕੰਮ ਵੀ ਇਸ ਗਵਰਨਮੈਂਟ ਦੇ ਉੱਤੇ ਚੱਲ ਰਹੇ ਆ। ਮੈਨੂੰ ਪਤਾ ਹੈ ਇਸ ਗਵਰਨਮੈਂਟ ਦੇ ਵਿੱਚ ਇੱਕ ਪ੍ਰੋਜੈਕਟ ਚੱਲ ਰਿਹਾ ਇਸ ਤਰ੍ਹਾਂ ਦਾ। ਇਸੇ ਤਰ੍ਹਾਂ ਹੀ ਤੀਸਰਾ ਇੱਕ ਉਹਨਾਂ ਨੇ ਜਿਹੜਾ ਇੱਕ ਹੋਰ ਜਿਹੜਾ ਕਿਹਾ ਸੀ, ਇੱਕ ਨਬਾਰਡ ਦੀ ਇੱਕ ਯੋਜਨਾ ਹੈਗੀ ਹੈ ਜਿਹਦੀ ਉਹਨਾਂ ਨੇ ਗੱਲ ਕੀਤੀ ਸੀ ਕਿ ਨਬਾਰਡ ਇਹ ਕਹਿ ਰਿਹਾ ਹੈ ਕਿ ਜੇਕਰ ਤੁਸੀਂ ਮਈ ਤੋਂ ਲੈ ਕੇ ਅਕਤੂਬਰ ਦੇ ਵਿੱਚ ਕੋਈ ਵੀ ਫਸਲ ਨਾ ਲਗਾਓ ਤਾਂ ਅਸੀਂ 25,000 ਰੁਪਏ ਪਰ ਕਿੱਲਾ ਤੁਹਾਨੂੰ ਦੇ ਸਕਦੇ ਹਾਂ। ਸੋ ਕੱਲ ਉਹਨਾਂ ਨੇ ਕਿਹਾ ਵੀ ਸਾਡੀ ਨਬਾਰਡ ਨਾਲ ਇਹ ਚੱਲ ਰਹੀ ਹੈ ਵੀ 25 ਦਾ ਤੁਸੀਂ 35 ਕਰ ਦਿਓ ਔਰ 5 ਸਰਕਾਰ ਸਟੇਟ ਗਵਰਨਮੈਂਟ ਦੇ ਦੇਗੀ। 40 ਕਿ ਜੇ ਕਿਸਾਨ ਨੂੰ ਮਿਲ ਜੇ ਤਾਂ ਉਹ ਪੈਡੀ ਨੂੰ ਜਾਂ ਕੋਈ ਉਹ ਫਸਲ ਨੂੰ ਛੋੜ ਸਕਦਾ ਹੈ, ਕਿਉਂਕਿ ਜੇ ਪੈਡੀ ਵੀ ਲਗਾਉਂਦੇ ਆ ਸਾਰੇ ਖਰਚੇ ਕੱਢ ਕੇ ਐਟਲੀਸਟ ਸਾਡੇ ਪੱਲੇ 40,000 ਰੁਪਏ ਹੀ ਪੈਂਦਾ ਹੈ। ਬਾਕੀ ਦਾ ਖਰਚੇ ਹੀ ਹੁੰਦਾ। ਜੇ 60,000 ਦੀ ਪੈਡੀ ਹੋਈ ਤਾਂ 20,000 ਦਾ ਖਰਚਾ ਉਹਦੇ ਤੇ ਆਉਂਦਾ ਹੀ ਆਉਂਦਾ। ਸੋ ਇਸ ਤੋਂ ਬਚਤ ਹੋ ਜਾਏਗੀ ਪਾਣੀ ਦੀ। ਪਰ ਇਹ ਮੈਨੂੰ ਲੱਗਦਾ ਕਿ ਕੋਈ ਜ਼ਿਆਦਾ ਵੱਡਾ ਉਹ ਇਸ਼ੂ ਹੈ ਇਹ, ਇਸ ਕਰਕੇ ਕਿ ਸਾਡੀ ਇਕਨੋਮੀ ਵੀ ਫਿਰ ਬੁਰੀ ਤਰ੍ਹਾਂ ਹਿਲ ਜਾਏਗੀ। ਦੇਖੋ ਅਸੀਂ ਜਿਵੇਂ ਮਰਜ਼ੀ ਕਹੀ ਜਾਈਏ, ਸਾਨੂੰ ਪੰਜਾਬ ਵਾਲਿਆਂ ਨੂੰ ਜਾਂ ਹਰਿਆਣੇ ਵਾਲਿਆਂ ਨੂੰ ਜਿਹੜਾ ਇਹ ਪੈਡੀ ਤੇ ਵੀਟ ਦੀ ਜਿਹੜੀ ਮਤਲਬ ਪੱਕੀ ਖਰੀਦ ਹੈ ਉਹਦਾ ਸਾਨੂੰ 70,000 ਕਰੋੜ ਰੁਪਇਆ ਆਉਂਦਾ ਹੈ ਔਰ 70,000 ਕਰੋੜ ਰੁਪਇਆ ਸਾਡੀ ਇਕਨੋਮੀ ਦੇ ਵਿੱਚ ਪੰਪ ਹੁੰਦਾ ਹੈ। ਤੇ ਜੇ ਉਹ ਪੰਪ ਹੋਣਾ ਬੰਦ ਹੋ ਜਾਏਗਾ ਤਾਂ ਮੈਨੂੰ ਲੱਗਦਾ ਕਿ ਇਹਦਾ ਸਾਡੀ ਇਕਨੋਮੀ ਤੇ ਵੀ ਅਸਰ ਆਊਗਾ। ਸੋ ਇਹਦੇ ਇਕਨੋਮੀ ਨੂੰ ਜਿਹੜੇ ਮਾਹਿਰ ਨੇ, ਸਮਝਣ ਵਾਲੇ ਨੇ, ਉਹ ਬਿਹਤਰ ਦੱਸ ਸਕਦੇ ਆ ਕਿ ਇਸ ਤੇ ਇਹਦੇ ਹੋਰ ਕੀ ਅਲਟਰਨੇਟਿਵ ਮਿਲ ਸਕਦੇ ਆ ਜਾਂ ਕੀ ਅਸੀਂ ਸਿਰਫ ਇਹ ਕਰ ਸਕਦੇ ਆ ਵੀ 1 ਜਾਂ 2 ਸਾਲ ਇਹਨੂੰ ਫਸਲ ਨਾ ਲਗਾਈਏ, ਉਸ ਤੋਂ ਬਾਅਦ ਫਿਰ ਦੁਬਾਰਾ ਲਗਾਉਣਾ ਸ਼ੁਰੂ ਕਰੀਏ ਤਾਂ ਕਿ ਧਰਤੀ ਨੂੰ ਵੀ ਕੁਝ ਆਰਾਮ ਆ ਜਾਏ। ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਨੇ, ਉਸ ਨੂੰ ਲੈ ਕੇ ਕਿਵੇਂ ਅੱਗੇ ਵਧਣਾ ਹੈ ਇਸ ਦੇ ਉੱਤੇ ਡਿਸਕਸ਼ਨਾਂ ਚੱਲ ਰਹੀਆਂ ਨੇ। ਮੁੱਖ ਮੰਤਰੀ ਕੱਲ ਇਹੀ ਜਿਹੜਾ ਹੈਗਾ ਉਹ ਪੱਤਰਕਾਰਾਂ ਨੂੰ ਵੀ ਮਤਲਬ ਉਹ ਆਪਣੇ ਦਿਲ ਦੀਆਂ ਗੱਲਾਂ ਕਰ ਰਹੇ ਸੀ ਕਿ ਮੈਂ ਇਸ ਤਰ੍ਹਾਂ ਦੀਆਂ ਯੋਜਨਾਵਾਂ ਤੇ ਕਰਨਾ ਚਾਹੁੰਦਾ। ਸੋ ਲੇਕਿਨ ਹਜੇ ਹੋ ਸਕਦਾ ਕਿ ਪੈਸੇ ਦੀ ਵੀ ਅੜਚਨ ਆਏ, ਇਹਦੇ ਵਿੱਚ ਪੈਸਾ ਵੀ ਅੜਚਨ ਆਏਗੀ। ਜਦੋਂ ਤੁਸੀਂ ਆਪਣੇ ਕੋਲੋਂ 5-5 ਹਜ਼ਾਰ ਰੁਪਇਆ ਦਿਓਗੇ ਪਰ ਕਿੱਲੇ ਦਾ ਤਾਂ ਨੈਚੁਰਲੀ ਉਹ ਕਿਤੋਂ ਤਾਂ ਅਰੇਂਜ ਕਰਨਾ ਹੀ ਪਏਗਾ ਉਹ ਪੈਸਾ। ਸੋ ਇਦਾਂ ਦੀਆਂ ਚੀਜ਼ਾਂ ਦੇ ਉੱਤੇ ਕੱਲ ਉਹਨਾਂ ਨਾਲ ਲੰਬੀ ਗੱਲਬਾਤ ਹੋਈ ਹੈ। ਭਾਸਕਰ ਸਾਹਿਬ ਠੀਕ ਹੈ, ਮੁੱਖ ਮੰਤਰੀ ਕਰਨਾ ਚਾਹੁੰਦੇ ਨੇ, ਕਰਨਾ ਕੌਣ ਨਹੀਂ ਚਾਹੁੰਦਾ, ਮੈਂ ਵੀ ਚਾਹੁੰਦਾ, ਤੁਸੀਂ ਵੀ ਚਾਹੁੰਦਾ। ਜੇ ਮੁੱਖ ਮੰਤਰੀ ਵੀ ਕਰਨਾ ਚਾਹੁੰਦੇ ਨੇ ਤਾਂ ਫਿਰ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਫਾਇਦਾ ਕੀ? ਘੱਟੋ ਘੱਟ ਕੰਮ ਹੁੰਦਾ ਨਜ਼ਰ ਤੇ ਆਉਣਾ ਚਾਹੀਦਾ। ਔਰ ਮੈਂ ਫਿਰ ਰਿਪੀਟ ਕਰ ਰਿਹਾ ਕਿ ਪੰਜਾਬ ਨੂੰ ਬਹੁਤ ਜ਼ਰੂਰਤ ਆ ਸਖਤ ਫੈਸਲੇ ਲੈਣ ਦੀ ਔਰ ਬਹੁਤ ਜ਼ਿਆਦਾ ਜ਼ਰੂਰਤ ਆ ਕਿ ਖੇਤੀ ਦੇ, ਕਿਉਂਕਿ ਜਿੰਨੀ ਵੀ ਮਾਰਕੀਟ ਦੇ ਵਿੱਚ ਪੈਸਾ ਆ ਰਿਹਾ
ਮਾਰਕੀਟ ਪੰਜਾਬ ਦੀ ਚੱਲ ਹੀ ਇਸ 1 ਲੱਖ ਕਰੋੜ ਦੇ ਸਿਰ ਤੇ ਰਹੀ ਹੈ, ਜਿਹਨੂੰ 70,000 ਕਰੋੜ ਇੰਦਰਪ੍ਰੀਤ ਜੀ ਕਹਿ ਰਿਹਾ। 1 ਲੱਖ ਕਰੋੜ ਰੁਪਏ ਜਿਹਦੇ ਵਿੱਚ ਸਹਾਇਕ ਧੰਦਿਆਂ ਤੋਂ ਇਲਾਵਾ ਮੈਨੂੰ ਪਿੰਡਾਂ ਦੇ ਵਿੱਚ ਕਿੰਨੇ ਪ੍ਰਤੀਸ਼ਤ ਘਰ ਪਤਾ ਹੈ ਜਿਹੜੇ ਦੁੱਧ ਪਾ ਕੇ ਗੁਜ਼ਾਰਾ ਕਰਦੇ ਆ, ਜਿਨ੍ਹਾਂ ਨੇ ਹੋਰ ਸਹਾਇਕ ਧੰਦੇ ਅਪਣਾਏ ਹੋਏ ਆ, ਕਿੰਨੇ ਬੰਦੇ ਕਮਾਦ ਲਾ ਕੇ ਉਹਨੂੰ ਮੁੜ ਕੇ ਗੁੜ ਕੱਢ ਕੇ ਵੇਚਦੇ ਆ। ਇਹ ਸਾਰੀਆਂ ਭਾਵੇਂ ਹੁਣ ਇਹ ਪ੍ਰਤੀਸ਼ਤਤਾ ਘਟ ਗਈ ਹੈ। ਸੋ 1 ਲੱਖ ਕਰੋੜ ਰੁਪਈਆ ਮਾਰਕੀਟ 'ਚ ਆਉਂਦਾ ਹੈ ਤੇ ਪੰਜਾਬ ਤੁਰਦਾ ਹੈ। ਪੰਜਾਬ ਤੁਰਨ ਦੀ ਸੋਚੇ ਬਿਨਾ ਕੋਈ ਸਨਅਤਕਾਰ ਇੱਥੇ ਆਪਣਾ ਪ੍ਰੋਫਿਟ ਨਹੀਂ ਲਾ ਰਿਹਾ। ਬਾਹਰ ਲੋਕ ਇਨਵੈਸਟਮੈਂਟ ਸਾਰੀ ਹੋਰ ਹੋ ਰਹੀ ਹੈ, ਦੂਜੇ ਦੇਸ਼ਾਂ 'ਚ ਹੋ ਰਹੀ ਹੈ। ਸਹਿੰਦੇ ਬੰਦੇ ਵੀ ਇਨਵੈਸਟਮੈਂਟ ਬਾਹਰ ਕਰ ਰਹੇ ਆ। ਭਾਸਕਰ ਸਾਹਿਬ ਗੱਲ ਗੁੱਡ ਗਵਰਨੈਂਸ ਦੀ ਕਰੀਏ ਤੇ ਕੱਲ ਮੁੱਖ ਮੰਤਰੀ ਨੇ ਜਦ ਇਹ ਕਿਹਾ ਕਿ ਅਸੀਂ ਵੱਡੇ ਕਿਸਾਨਾਂ ਨੂੰ ਤੇ ਛੋਟੇ ਕਿਸਾਨਾਂ ਨੂੰ ਵੱਖ-ਵੱਖ ਤਰੀਕੇ ਨਾਲ ਨਹੀਂ ਦੇਖ ਸਕਦੇ। ਦੇਖੋ ਗੁੱਡ ਗਵਰਨੈਂਸ ਕਿੱਥੇ ਨੇ? ਜਿਹੜੇ ਵੀ ਮੁੱਦੇ ਨੇ, ਭਾਵੇਂ ਬਿਜਲੀ 600 ਯੂਨਿਟ ਮਾਫ ਕਰਨ ਦਾ ਮੁੱਦਾ ਹੋਏ, ਉਹਦੇ ਵਿੱਚ ਗਵਰਨੈਂਸ ਕਿੱਥੇ ਨੇ? ਪੈਸਾ ਕਿੱਥੋਂ ਲਿਆਓਗੇ? ਇਹ ਸਵਾਲ ਅਸੀਂ ਵੀ ਕਈ ਵਾਰ ਉਠਾਉਂਦੇ ਔਰ ਪੰਜਾਬ ਵੀ ਉਠਾਉਂਦਾ ਹੈ। ਹੁਣ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ, ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ, ਉਸ ਤੋਂ ਬਾਵਜੂਦ ਵੀ ਅਗਰ ਕਿਸਾਨ ਆਰਥਿਕ ਸੰਕਟ ਤੋਂ ਨਹੀਂ ਨਿਕਲ ਕੇ ਆ ਸਕਿਆ ਤੇ ਤੁਹਾਨੂੰ ਕੁਝ ਤੇ ਸੋਚਣਾ ਪਏਗਾ। ਪ੍ਰਧਾਨ ਮੰਤਰੀ ਲਾਲ ਕਿਲ੍ਹੇ ਤੋਂ ਕਹਿੰਦੇ ਨੇ 2022 ਤੱਕ ਕਿਸਾਨਾਂ ਦੀ ਇਨਕਮ ਡਬਲ ਕਰ ਦੇਣਗੇ। ਉਸ ਤੋਂ ਬਾਅਦ ਇਸ ਮੁੱਦੇ ਦੇ ਕੁਝ ਨਹੀਂ ਬੋਲਦੇ। ਸਾਡੀ ਸਰਕਾਰ ਕਹਿੰਦੀ ਹੈ ਕਿ ਮੂੰਗੀ ਤੇ ਤੁਹਾਨੂੰ ਦੇਵਾਂਗੇ ਇੰਨੇ ਪੈਸੇ, ਬਾਅਦ ਚੋਂ ਦਿੰਦੀ ਨਹੀਂ। ਯਾਨੀ ਕਿਸਾਨੀ ਦੇ ਮੁੱਦੇ ਦੇ ਉੱਤੇ ਸਿਰਫ ਔਰ ਸਿਰਫ ਗੱਲਾਂ ਕਰਕੇ ਇਹ ਗੱਲ ਨਹੀਂ ਸਰਨੀ। ਹੁਣ ਵਕਤ ਆ ਗਿਆ ਜਿਹੜੀ ਸਰਕਾਰ ਬਦਲਾਵ ਦੀ ਹੈ ਉਹ ਗੁੱਡ ਗਵਰਨੈਂਸ ਦੇ ਜ਼ਰੀਏ, ਕਿਉਂਕਿ ਜਦ ਤੱਕ ਤੁਸੀਂ ਵੰਡੀ ਜਾਓਗੇ ਔਰ ਜਿਹਨੂੰ ਲੋੜ ਨਹੀਂ ਹੈ ਉਹਨੂੰ ਵੀ ਵੰਡੀ ਜਾਓਗੇ, ਤਦ ਤੱਕ ਜਿਹਨੂੰ ਲੋੜ ਹੈਗੀ ਹੈ ਉਹਨੂੰ ਉਹਦਾ ਬਣਦਾ ਹੱਕ ਨਹੀਂ ਮਿਲੇਗਾ। ਇਹਦੇ ਉੱਤੇ ਕੁਛ ਨਾ ਕੁਛ ਤੇ ਕਰਨ ਦੀ ਲੋੜ ਆ। ਔਰ ਸਿਰਫ ਇਹ ਗੱਲ ਕਹਿ ਕੇ ਕਿ ਨਹੀਂ ਜੀ ਆਪਾਂ ਤਾਂ ਦੇਵਾਂਗੇ, ਹੁਣ ਨਹਿਰੀ ਪਾਣੀ ਨੂੰ ਅਗਰ ਆਪਾਂ ਦੇ ਰਹੇ ਹਾਂ ਕਿਸੇ ਵੀ ਖੇਤ ਦੇ ਵਿੱਚ, ਤੇ ਉੱਥੇ ਬਿਜਲੀ ਟਿਊਬਵੈਲ ਜਾਂ ਕੁਛ ਨਾ ਕੁਛ ਤੇ ਇਸ ਤਰ੍ਹਾਂ ਦੇ ਸਟੈਪਸ ਚੱਕਣੇ ਹੀ ਪੈਣਗੇ ਕਿ ਜਿਹਦੇ ਕਰਕੇ ਉਹ ਨਹਿਰੀ ਪਾਣੀ ਯੂਜ਼ ਕਰੇ। ਪਰ ਚਲੋ ਹੁਣ ਸਰਕਾਰ ਹੈਗੀ ਹੈ, ਵੋਟਾਂ ਦੀ ਰਾਜਨੀਤੀ ਹੈਗੀ ਹੈ, 2024 ਨਜ਼ਦੀਕ ਹੈ, ਕੁਛ ਵੀ ਇਸ ਮੁੱਦੇ ਤੇ ਕਹਿਣ ਤੋਂ ਪਹਿਲੇ ਵੋਟਾਂ ਦੀ ਯਾਦ ਆ ਜਾਂਦੀ ਹੈ ਹਰ ਪੋਲੀਟੀਸ਼ੀਅਨ ਨੂੰ, ਭਾਵੇਂ ਮੁੱਖ ਮੰਤਰੀ ਹੋਣ ਜਾਂ ਫਿਰ ਪ੍ਰਧਾਨ ਮੰਤਰੀ ਹੋਣ। ਭਾਸਕਰ ਸਾਹਿਬ, ਇੱਕ ਖਬਰ ਜਿਹੜੀ ਚੰਡੀਗੜ੍ਹ ਤੋਂ ਹਰਕਬਲਜੀਤ ਸੀਨੀਅਰ ਜਰਨਲਿਸਟ ਨੇ ਉਹਨਾਂ ਨੇ ਲਾਈ ਹੈ, ਅਸੀਂ ਇਹਦਾ ਪਿੱਛਾ ਕਰਨ ਦਾ ਯਤਨ ਤਾਂ ਕੀਤਾ ਹੈ। ਹੋ ਸਕਦਾ ਇਹਦੇ ਉੱਤੇ ਅਸੀਂ ਹੋਰ ਵਿਸਥਾਰ ਅੱਜ ਦਿਨ ਵੇਲੇ ਦੇਣ ਦੇ ਸਮਰੱਥ ਹੋ ਸਕੀਏ। ਪਰ ਉਹਨਾਂ ਨੇ 2 ਕੰਪਨੀਆਂ ਦਾ ਜ਼ਿਕਰ ਕਰਕੇ, ਇੱਕ ਸੀਮੈਂਟ ਕੰਪਨੀ ਆ, ਦੂਜੀ ਫਾਰਮਾ ਹੈ, ਇਹ ਕਿਹਾ ਹੈ ਕਿ ਇਹਨਾਂ ਨੂੰ ਮੁੱਖ ਮੰਤਰੀ ਨੇ ਸਮਾਂ ਦੇ ਕੇ, ਉਹ ਨਿਵੇਸ਼ ਪੰਜਾਬ 'ਚ ਕਰਨਾ ਚਾਹੁੰਦੇ ਸੀ, ਉਹਨਾਂ ਸਮਾਂ ਲਿਆ ਸੀ, ਉਹ ਆਏ, ਪਰ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਨਹੀਂ ਮਿਲੇ। ਕਾਰਨ ਕੁਝ ਵੀ ਰਹੇ ਹੋ ਸਕਦੇ ਆ, ਅਚਨਚੇਤ ਜਿਵੇਂ ਵੀ ਹੋ ਜਾਂਦੇ ਆ। ਪਰ ਫਿਰ ਵੀ ਖਾਸ ਤੌਰ ਤੇ ਜਿਹੜੀ ਸੀਮੈਂਟ ਫੈਕਟਰੀ ਵਾਲੇ ਉਹਨਾਂ ਨੇ ਗੱਲ ਕੀਤੀ ਹੈ ਕਿ ਉਹ ਸਪੈਸ਼ਲ ਚਾਰਟਰਡ ਪਲਾਨ ਤੇ ਆਏ, ਔਰ ਉਸ ਤੋਂ ਬਾਅਦ ਉਹ ਅਧਿਕਾਰੀਆਂ ਨੂੰ ਮਿਲ ਕੇ ਚਲੇ ਗਏ। ਤੇ ਉਸ ਤੋਂ ਬਾਅਦ ਇਸ ਮਾਮਲੇ 'ਚ ਖਾਮੋਸ਼ੀ ਹੈ ਕਿ ਉਹਨਾਂ ਨੇ ਇੱਥੇ ਪੈਸੇ ਲਾਉਣੇ ਆ ਕਿ ਨਹੀਂ ਲਾਉਣੇ। ਮੁੱਖ ਮੰਤਰੀ ਦੇ ਉੱਤੇ ਇੱਕ ਤਰ੍ਹਾਂ ਨਾਲ ਹਰਫ ਹੈ ਕਿ ਜੇ ਉਹਨਾਂ ਨੇ, ਕਿਉਂਕਿ ਨਿਵੇਸ਼ ਲਈ ਪੰਜਾਬ ਬੜੀ ਦੇਰ ਦਾ ਯਤਨ ਕਰ ਰਿਹਾ, ਔਰ ਇਹਦੇ ਵਿੱਚ ਵੱਡਾ ਝੋਲੇ ਵੀ ਹੈ ਕਿ ਸਾਡੇ ਸਨਅਤਕਾਰ ਯੂਪੀ ਤੇ ਬਿਹਾਰ ਦੇ ਵਿੱਚ ਨਿਵੇਸ਼ ਕਰਨ ਲਈ ਸਹਿਮਤ ਹੋ ਗਏ ਆ। ਯੂਪੀ ਦੇ ਮੁੱਖ ਮੰਤਰੀ ਨਾਲ ਵਿਅਕਤੀਗਤ ਮੀਟਿੰਗ ਦੇ ਵਿੱਚ ਕਿੰਨੇ ਹਜ਼ਾਰ ਕਰੋੜ ਦੀ ਇਨਵੈਸਟਮੈਂਟ ਦੀ ਹਾਮੀ ਭਰ ਕੇ ਆਏ ਨੇ ਲੁਧਿਆਣੇ ਵਾਲੇ। ਤੇ ਜਿਹੜੀ ਬਿਹਾਰ ਵਾਲਾ ਇੱਥੇ ਆਇਆ ਡਾਇਰੈਕਟਰ ਉਹਨਾਂ ਦਾ ਇੰਡਸਟਰੀ ਦਾ, ਉਹਨੂੰ ਸਾਡੇ ਇੱਥੇ ਵਾਲਿਆਂ ਨੇ ਭਰਤੀ। ਸਾਡੇ ਜੇ ਕੋਈ ਆ ਰਿਹਾ ਤੇ ਅਸੀਂ ਉਹਨੂੰ ਰੈੱਡ ਕਾਰਪਟ ਨਹੀਂ ਦਿੰਦੇ, ਵੈਲਕਮ ਨਹੀਂ ਕਰਦੇ, ਅਸੀਂ ਉਹਦੇ ਨਾਲ ਬਹਿੰਦੇ ਨਹੀਂ, ਤਾਂ ਫਿਰ ਅਗਲਾ ਕਿਉਂ ਆਊਗਾ ਜੀ? ਸਹਿੰਦੇ ਲੋਕ ਆ, ਉਹਨਾਂ ਲਈ 36 ਮੁੱਖ ਮੰਤਰੀ ਆਏ ਗਏ, ਉਹਨਾਂ ਨੂੰ ਕੀ ਫਰਕ ਪੈਂਦਾ ਜੀ? ਉਹ ਕਿਤੇ ਹੋਰ ਲਾ ਜਾਣਗੇ। ਕੀ ਕਹਿੰਦੇ ਜੀ? ਪੈਂਦੇ ਸੱਟੇ ਇਹ ਗੱਲ ਨੂੰ ਸੁਣੋ ਜਾਂ ਪੜੋ ਤੇ ਤੁਹਾਨੂੰ ਖੁਦ ਲੱਗਦਾ ਹੈ ਕਿ ਉਹ ਮੁੱਖ ਮੰਤਰੀ ਜਿਹੜੇ ਨਿਵੇਸ਼ ਦੇ ਕਰਕੇ ਚੇਨਈ, ਜਰਮਨੀ, ਮੁੰਬਈ ਕਈ ਜਗ੍ਹਾ ਹੋ ਕੇ ਆਏ ਸੀਗੇ, ਜਦ ਨਿਵੇਸ਼ ਖੁਦ ਚੱਲ ਕੇ ਇੱਥੇ ਆ ਰਿਹਾ ਤੇ ਉਹ ਉਸ ਸਨਅਤਕਾਰਾਂ ਨੂੰ ਮਿਲ ਨਹੀਂ ਰਹੇ। ਇਹਦੇ ਕਾਰਨ ਕੀ ਹੈ ਸਾਨੂੰ ਨਹੀਂ ਪਤਾ। ਪਰ ਆ ਜਿਹੜੀ ਗੱਲ ਪ੍ਰੋਜੈਕਟ ਕੀਤੀ ਗਈ ਹੈ ਉਹ ਵੀ ਖਾਸ ਕਰਕੇ ਤਦ ਜਦ ਸਾਡੇ ਸਨਅਤਕਾਰ ਯੂਪੀ, ਬਿਹਾਰ ਜਾਣ ਦੀ ਗੱਲਾਂ ਕਰ ਰਹੇ ਨੇ, ਔਰ ਕੋਈ ਸਨਅਤਕਾਰ, ਵੱਡੇ ਸਨਅਤਕਾਰ, ਸੀਮੈਂਟ ਫੈਕਟਰੀ ਦੇ ਮਾਲਕ ਦੀ ਤੁਸੀਂ ਗੱਲ ਕੀਤੀ, ਦਵਾਈ ਕੰਪਨੀ ਦੀ, ਇੱਕ ਵੱਡੀ ਦਵਾਈ ਕੰਪਨੀ ਦੇ ਮਾਲਕਾਂ ਦੀ ਗੱਲ ਕੀਤੀ, ਚਾਰਟਰਡ ਪਲੇਨ ਤੋਂ ਪੰਜਾਬ ਆਏ, ਮੀਟਿੰਗ ਤੈਅ ਸੀਗੀ। ਮੀਟਿੰਗ ਤੈਅ ਹੋਣ ਦੇ ਬਾਵਜੂਦ ਵੀ ਜੇ ਮੁੱਖ ਮੰਤਰੀ ਨਹੀਂ ਮਿਲੇ, ਜਾਂ ਤੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਵਜ੍ਹਾ ਦੱਸਣੀ ਚਾਹੀਦੀ ਹੈ ਕਿਉਂ ਨਹੀਂ ਮਿਲੇ। ਕਿਉਂਕਿ ਇੱਕ ਤਰਫਾ ਅਗਰ ਤੁਸੀਂ ਕਿਸੇ ਖਬਰ ਨੂੰ ਪੜ੍ਹ ਕੇ ਕੋਈ ਗੱਲ ਕਰਦੇ ਹੋ ਤੇ ਉਹ ਦੂਜੇ ਪਾਸੇ ਵੀ ਚਲੀ ਜਾਂਦੀ ਹੈ। ਕੋਈ ਵਜ੍ਹਾ ਹੋਏਗੀ ਜਾਂ ਨਹੀਂ ਹੋਏਗੀ ਇਹਦਾ ਖੁਲਾਸਾ ਤੇ ਨਹੀਂ ਹੋਇਆ। ਪਰ ਹਾਂ, ਜਦ ਤੁਸੀਂ ਇਸ ਖਬਰ ਨੂੰ ਪੜ੍ਹਦੇ ਹੋ ਤੇ ਤੁਹਾਨੂੰ ਲੱਗਦਾ ਵੀ ਇਹ ਤੇ ਬੜੀ ਮਾੜੀ ਗੱਲ ਹੈਗੀ ਹੈ। ਜਦ ਇਨਵੈਸਟਮੈਂਟ ਸਾਡੇ ਕੋਲ ਚੱਲ ਕੇ ਆ ਰਹੀ ਹੈ ਔਰ ਉਸ ਤੋਂ ਬਾਅਦ ਵੀ ਟਾਈਮ ਦੇਣ ਤੋਂ ਬਾਅਦ ਤੁਸੀਂ ਅਗਰ ਸਨਅਤਕਾਰਾਂ ਨੂੰ ਨਹੀਂ ਮਿਲ ਰਹੇ ਤੇ ਇਹ ਤੁਹਾਡੀ ਸੀਰੀਅਸਨੈਸ ਲੱਗਦੀ ਹੈ। ਪੰਜਾਬ ਦੇ ਵਿੱਚ ਇਨਵੈਸਟਮੈਂਟ ਜਾਂ ਰੋਜ਼ਗਾਰ ਨੂੰ ਬੜਾਵਾ ਦੇਣ ਵਾਸਤੇ ਤੁਸੀਂ ਕਿਸ ਤਰੀਕੇ ਦੇ ਸਟੈਪਸ ਚੱਕ ਰਹੇ ਹੋ? ਇੰਦਰਪ੍ਰੀਤ ਜੀ, ਇਹ ਖਬਰ ਕਾਫੀ ਟੱਚਿੰਗ ਹੈ ਔਰ ਤੁਸੀਂ ਯਤਨ ਵੀ ਕਰ ਰਹੇ ਸੀ। ਕਮਲ ਕਿਸ਼ੋਰ ਯਾਦਵ ਜਿਹੜੇ ਕਿ
ਦੇਖਦੇ ਆ ਇਨਵੈਸਟਮੈਂਟ ਨੂੰ ਤੇ ਹੋਰ ਵੀ ਅਧਿਕਾਰੀਆਂ ਨੂੰ, ਕੋਈ ਹਾਮੀ ਭਰੀ ਕਿਸੇ ਨੇ ਦੇਖੋ ਫੋਨ ਜਿਨ੍ਹਾਂ ਨੂੰ ਮੈਸੇਜ ਕੀਤੇ ਸੀ ਕਿਸੇ ਨੇ, ਕਿਉਂਕਿ ਅਸੀਂ ਇਹਦੀ ਪੁਸ਼ਟੀ ਇਸ ਕਰਕੇ ਨਹੀਂ ਕਰ ਰਹੇ ਕਿ ਵਜ੍ਹਾ ਕੀ ਰਹੀ ਹੋਊਗੀ, ਕਿਉਂਕਿ ਮੁੱਖ ਮੰਤਰੀ ਇਸ ਤਰ੍ਹਾਂ ਦੇ ਯਤਨਾਂ 'ਚ ਲੱਗੇ ਹੋਏ ਸੀ ਔਰ ਨਾ ਮਿਲਣ ਦਾ ਤੇ ਸਵਾਲ ਹੀ ਨਹੀਂ ਉੱਠਦਾ। ਜੇ ਨਹੀਂ ਮਿਲੇ ਕੋਈ ਕਾਰਨ ਤਾਂ ਰਿਹਾ ਹੋਊਗਾ, ਜਾਂ ਫਿਰ ਜੇ ਉਹ ਲੋਕ ਆਏ ਨੇ ਅਧਿਕਾਰੀਆਂ ਨਾਲ ਉਹਨਾਂ ਦੀ ਮੁੱਢਲੀ ਗੱਲਬਾਤ ਦੇ ਵਿੱਚ ਹੀ ਜੇ ਗੱਲ ਨਹੀਂ ਬਣੀ ਤਾਂ ਸ਼ਾਇਦ ਕਈ ਵਾਰੀ ਇਸ ਕਰਕੇ ਵੀ ਮੀਟਿੰਗਾਂ ਜਿਹੜੀਆਂ ਉਹ ਨਹੀਂ ਅੱਗੇ ਵਧਾਈਆਂ ਜਾਂਦੀਆਂ, ਜਾਂ ਉਹਨਾਂ ਨੇ ਹੀ ਮਨਾ ਕਰਤਾ ਕਿ ਅਸੀਂ ਅਗਲੀ ਮੀਟਿੰਗ 'ਚ ਮਿਲਾਂਗੇ। ਇਹ ਗੱਲ ਨੂੰ ਥੋੜਾ ਜਿਹਾ ਟੱਚ ਕਰ ਦਿਓ। ਇਹ ਦੋਵੇਂ ਕੰਪਨੀਆਂ ਜਿਹੜੀਆਂ, ਇੱਕ ਸੀਮੈਂਟ ਕੰਪਨੀ ਸ਼ਾਇਦ ਵੰਡਰ ਹੈ ਔਰ ਦੂਜੀ ਇਹਨਾਂ ਦਾ ਜ਼ਿਕਰ ਵੀ ਕਰ ਦਿਓ ਜਿਹੜਾ ਖਬਰ ਦੇ ਵਿੱਚ ਜ਼ਿਕਰ ਹੈ। ਇਹ ਇੱਕ ਤਾਂ ਰੰਧਾਵਾ ਸਾਹਿਬ ਵੰਡਰ ਸੀਮੈਂਟ ਕੰਪਨੀ ਹੈਗੀ ਔਰ ਇੱਕ ਹੈਗੀ ਹੈ IOL ਫਾਰਮਾ। ਇਹ ਦੋ ਕੰਪਨੀਆਂ ਨਾਲ ਜਿਹੜਾ ਹੈਗਾ ਮੁਲਾਕਾਤ ਦਾ ਟਾਈਮ ਫਿਕਸ ਸੀਗਾ ਕਿ ਉਹਨਾਂ ਨੂੰ ਮਿਲਣਾ ਹੈ। ਔਰ ਠੀਕ ਹੈ, ਭਾਸਕਰ ਸਾਹਿਬ ਨੇ ਵੀ ਠੀਕ ਕਿਹਾ ਕਿ ਕਿਉਂਕਿ ਹਜੇ ਤੱਕ ਸਾਨੂੰ CM ਵਾਲੇ ਉਸ ਤੋਂ ਪੱਖ ਤੋਂ ਨਹੀਂ ਜਾਣਕਾਰੀ ਹੈ ਕਿ ਉਹ ਮਿਲੇ ਕਿਉਂ ਨਹੀਂ। ਫਿਕਸ ਸੀ ਕਿਉਂਕਿ ਕੋਈ ਅਗਰ ਸਪੈਸ਼ਲ ਚਾਰਟਰ ਵਿਮਾਨ ਕਰਕੇ ਆ ਰਿਹਾ ਹੈ ਇਹਦਾ ਮਤਲਬ ਹੈ ਕਿ ਉਹ ਮੀਟਿੰਗ ਫਿਕਸ ਹੈ ਔਰ ਉਹ ਹੋਣੀ ਹੈ, ਤੇ ਲੇਕਿਨ ਨਹੀਂ ਹੋ ਸਕੀ ਕਿ ਅੱਜ ਕੱਲ੍ਹ ਕਿਉਂਕਿ ਬਾੜ ਵੀ ਚੱਲ ਰਹੀ ਹੈ ਤਾਂ ਕੀ ਉਹਨਾਂ ਦੇ ਕਰਕੇ ਟਾਲੀ ਗਈ ਹੈ ਜਾਂ ਕੋਈ ਕਾਰਨ ਹੋ ਰਹੇ ਨੇ। ਇਹ ਹਜੇ ਤੱਕ CM ਆਫਿਸ ਵੱਲੋਂ ਜਾਂ ਸਰਕਾਰ ਵੱਲੋਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪਰ ਇਹ ਗੱਲ ਬਿਲਕੁਲ ਜਿਵੇਂ ਚਿੰਤਾ ਵਾਲੀ ਹੈ ਕਿ ਅਗਰ ਤੁਸੀਂ ਟਾਈਮ ਦੇ ਕੇ ਕਿਸੇ ਨੂੰ ਨਹੀਂ ਮਿਲ ਰਹੇ, ਔਰ ਆਪਾਂ ਜਦੋਂ ਗੱਲਾਂ ਪੰਜਾਬ 'ਚ ਨਿਵੇਸ਼ ਦੀਆਂ ਕਰ ਰਹੇ ਹਾਂ, ਹੁਣ ਵੀ 11-12 ਸਤੰਬਰ ਦੇ ਵਿੱਚ ਅਸੀਂ ਟੂਰਿਜ਼ਮ ਸਮਿਟ ਦੀ ਗੱਲ ਕਰ ਰਹੇ ਹਾਂ, ਲਗਾਤਾਰ ਆ ਰਹੀਆਂ ਕਿ ਅਸੀਂ ਟੂਰਿਜ਼ਮ ਸਮਿਟ ਕਰਨੀ ਹੈ। ਤਾਂ ਜਦੋਂ ਜਿਹੜੇ ਬੰਦੇ ਆ ਰਹੇ ਹੈ ਫਿਰ ਉਹਨਾਂ ਨੂੰ ਆਪਾਂ ਮਿਲ ਨਹੀਂ ਰਹੇ, ਕਿਉਂਕਿ ਮੁੱਖ ਮੰਤਰੀ ਦੇ ਲੈਵਲ ਤੇ ਰੰਧਾਵਾ ਸਾਹਿਬ ਉਹ ਗੱਲਾਂ ਹੋਣੀਆਂ ਨੇ ਜਿਹੜੀਆਂ ਗੱਲਾਂ ਤੇ ਡਿਸੀਜਨ ਮੁੱਖ ਮੰਤਰੀ ਨੇ ਲੈਣਾ ਜਾਂ ਮੁੱਖ ਮੰਤਰੀ ਹੀ ਲੈ ਸਕਦਾ ਹੈ। ਅਫਸਰਾਂ ਨਾਲ ਤਾਂ ਮੀਟਿੰਗਾਂ ਹੁੰਦੀਆਂ ਹੀ ਰਹਿੰਦੀਆਂ ਨੇ, ਅਫਸਰ ਕੋਈ ਡਿਸੀਜਨ ਲੈਣ ਦੀ ਸਥਿਤੀ 'ਚ ਨਹੀਂ ਹੁੰਦੇ। ਡਿਸੀਜਨ ਲੈਣ ਦਾ ਕੰਮ ਤਾਂ ਮੁੱਖ ਮੰਤਰੀ ਦਾ। ਸੋ ਅਗਰ ਮੰਨ ਲਓ ਉਹਨਾਂ ਦੀ ਕੋਈ ਇਹ ਜਿਹੀ ਡਿਮਾਂਡ ਹੈ ਜਿੱਥੇ ਜਿਸ ਫੈਸਲਾ ਮੁੱਖ ਮੰਤਰੀ ਜਾਂ ਉਹਨਾਂ ਦੀ ਕੈਬਨਿਟ ਨੇ ਕਰਨਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਇਹ ਮੀਟਿੰਗਸ ਜ਼ਰੂਰੀ ਸੀ ਕੀਤੀਆਂ ਜਾਣੀਆਂ, ਇਹ ਹੋਣੀਆਂ ਚਾਹੀਦੀਆਂ ਸੀਗੀਆਂ। ਤਾਂ ਇੱਕ ਮਾਹੌਲ ਵੀ ਕ੍ਰੀਏਟ ਹੁੰਦਾ ਵੀ ਦੇਖੋ ਆਹ ਦੋ ਵੱਡੀਆਂ ਕੰਪਨੀਆਂ ਵੀ ਪੰਜਾਬ 'ਚ ਆ ਗਈਆਂ, ਉਹ ਵੀ ਆ ਗਿਆ, ਤਾਂ ਇੱਕ ਮਾਹੌਲ ਕ੍ਰੀਏਟ ਹੁੰਦਾ। ਹਜੇ ਜੇ ਇਸ ਤਰ੍ਹਾਂ ਦੀਆਂ ਗੱਲਾਂ ਛਪਣਗੀਆਂ ਕਿ ਦੋ ਕੰਪਨੀਆਂ ਨੂੰ ਟਾਈਮ ਦੇ ਕੇ ਮੁੱਖ ਮੰਤਰੀ ਨਹੀਂ ਮਿਲੇ ਤਾਂ ਇਹਦਾ ਅਸਰ ਦੂਜੀਆਂ ਕੰਪਨੀਆਂ ਤੇ ਵੀ ਜਾਂਦਾ। ਸੋ ਮੈਨੂੰ ਲੱਗਦਾ ਕਿ ਇਹ ਪੰਜਾਬ ਲਈ ਕੋਈ ਚੰਗੀ ਖਬਰ ਨਹੀਂ ਹੈਗੀ। ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਇਹਦੇ 'ਚ ਥੋੜਾ ਜਿਹਾ ਇਨੀਸ਼ੀਏਟ ਕਰਨਾ ਚਾਹੀਦਾ, ਪਹਿਲ ਕਰਨੀ ਚਾਹੀਦੀ ਹੈ ਕਿ ਖੇਤੀ ਆਧਾਰਿਤ ਸਨਅਤਾਂ ਜਿਹੜੀਆਂ ਦੇਸ਼ ਦੇ ਵਿੱਚ ਕਾਰਜਸ਼ੀਲ ਨੇ ਉਹਨਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ, ਜਾਂ ਇਸ ਪੂਰੇ ਏਸ਼ੀਆ ਖਿੱਤੇ 'ਚ ਹੈਗੀਆਂ ਉਹਨਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ। ਪੰਜਾਬ ਇੱਕ ਜ਼ਰਖੇਜ਼ ਰਾ ਮਟੀਰੀਅਲ ਦਿੰਦਾ ਹੈ ਤੇ ਉਹਦੇ ਲਈ ਇੱਥੇ ਉਹਨਾਂ ਨੂੰ ਸਹੂਲਤਾਂ ਮੈਕਸਿਮਮ ਦੇਣੀਆਂ ਚਾਹੀਦੀਆਂ। ਮੈਨੂੰ ਲੱਗਦਾ ਸ਼ਾਇਦ ਸਾਡੇ ਫਸਲੀ ਚੱਕਰ 'ਚੋਂ ਨਿਕਲਣ ਲਈ ਵੀ ਇਹ ਇੱਕ ਵਧੀਆ ਰਾਹ ਹੋ ਸਕਦਾ। ਤੇ ਦੂਜਾ ਹੈਗਾ ਸਰਵਿਸ ਇੰਡਸਟਰੀ। ਸਾਨੂੰ IT ਸੈਕਟਰ ਦੇ ਵਿੱਚ ਲੋਕਾਂ ਨੂੰ ਮੈਕਸਿਮਮ ਇਨਵਾਈਟ ਕਰਨਾ ਚਾਹੀਦਾ, ਮੁਹਾਲੀ ਲਈ ਔਰ ਅੰਮ੍ਰਿਤਸਰ ਲਈ। ਦੋਵਾਂ ਜਗ੍ਹਾ ਤੇ ਸਾਡੇ ਕੋਲ ਇੰਟਰਨੈਸ਼ਨਲ 에ਅਰਪੋਰਟ ਨੇ ਔਰ ਬੜੀ ਬਿਹਤਰ ਤਰੀਕੇ ਨਾਲ ਚੱਲ ਰਿਹਾ, ਔਰ ਇਹਨਾਂ ਦੋਵਾਂ ਥਾਵਾਂ ਦੇ ਉੱਤੇ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਫੋਕਸ ਵਿੱਚ ਰੱਖਣਾ ਚਾਹੀਦਾ। ਟੂਰਿਜ਼ਮ ਦੇ ਨਾਂ ਤੇ ਵੀ ਇੱਥੇ ਕਾਫੀ ਹੈ। ਇੱਥੇ ਮੁੱਖ ਮੰਤਰੀ ਬਹੁਤਾ ਕੁਝ ਕਰਦੇ ਨਜ਼ਰ ਨਹੀਂ ਆ ਰਹੇ। ਉਹਨਾਂ ਨੂੰ ਇੱਕ ਮਹਿਕਮਾ ਬਣਾਉਣਾ ਚਾਹੀਦਾ, ਇੱਕ ਜ਼ਬਰਦਸਤ ਮੰਤਰੀ ਇੱਥੇ ਲਾਉਣੇ ਚਾਹੀਦੇ ਜਿਹੜੇ ਫੁੱਲ ਟਾਈਮ ਇਹੀ ਕੰਮ ਕਰ ਰਹੇ। ਹੁਣ ਉਹਨਾਂ ਤੇ ਪੈਸੇ ਲਾਓ, ਜਿੱਥੇ ਜਾਣਾ ਚਾਹੁੰਦੇ ਜਾਣ ਦਿਓ, ਤੇ 2-3 ਸਮਰੱਥ ਅਧਿਕਾਰੀ IAS ਅਧਿਕਾਰੀ ਜਿਨ੍ਹਾਂ ਦਾ ਸ਼ੌਂਕ ਹੋਵੇ ਉਹਨਾਂ ਨੂੰ ਲਾ ਦਿਓ ਬਈ, ਜਿਨ੍ਹਾਂ ਦਾ ਖੇਤੀ 'ਚ ਸ਼ੌਂਕ ਹੋਵੇ। ਮੈਂ ਚਾਹੂੰਗਾ ਇੰਦਰਪ੍ਰੀਤ ਜੀ 2 ਖਬਰਾਂ ਇਕੱਠੀਆਂ ਬਹੁਤ ਜਲਦੀ 'ਚ ਟੱਚ ਕਰ ਦਿਓ। ਭਾਸਕਰ ਸਾਹਿਬ ਕੋਲ ਪੂਰੀ ਨੈਸ਼ਨਲ ਖਬਰ ਲੈਂਦੇ ਆ ਜਿਹਦੇ ਵਿੱਚ ਨਤੀਸ਼ ਹੈ, ਸ਼ਰਦ ਪਵਾਰ ਨੇ, ਵਸੁੰਧਰਾ ਰਾਜੇ ਆ, ਕਾਂਗਰਸ ਵਾਲੇ ਨੇ, ਉਹ ਸਾਰੀ ਇਕੱਠੀ ਕਰਦੇ ਆ। ਪੰਜਾਬ ਦੇ ਕਾਂਗਰਸੀਏ ਵੀ ਕੱਲ ਬੜੇ ਗੁੱਸੇ 'ਚ ਸੀ, ਕਹਿੰਦੇ ਮੇਲੇ 'ਚ ਅਮਰੂਦਾਂ ਵਾਲੀ ਗੱਲ ਤੁਸੀਂ ਕਰਦੇ ਕਿੱਦਾਂ ਹੋ ਜੀ। ਤੇ ਮੈਨੂੰ ਤੁਸੀਂ ਕੌਮੀ ਇਨਸਾਫ ਮੋਰਚਾ ਔਰ ਮਾਲਖਾਨਿਆਂ 'ਚੋਂ ਗਾਇਬ ਹਥਿਆਰਾਂ ਦਾ ਜ਼ਿਕਰ ਜ਼ਰੂਰ ਕਰ। ਰੰਧਾਵਾ ਸਾਹਿਬ ਇਹ ਬੜੀ ਚਿੰਤਾ ਵਾਲੀ ਖਬਰ ਇੱਕ ਛਪੀ ਹੈਗੀ ਹੈ। ਉਹ ਹਾਈ ਕੋਰਟ ਦਾ ਇਹ 'ਚ ਡਿਸੀਜਨ ਹੈ, ਉਹ ਹੈ ਕਿ ਜਿਹੜੇ ਮਾਲਖਾਨਿਆਂ ਦੇ ਵਿੱਚ 13 ਹਥਿਆਰ ਗਾਇਬ ਹੋ ਗਏ ਔਰ ਕਾਫੀ ਸਮੇਂ ਤੋਂ ਗਾਇਬ ਨੇ। ਇਸ ਦੇ ਉੱਤੇ ਡਿਟੇਲਡ ਰਿਪੋਰਟ ਜਿਹੜੀ ਹੈਗੀ ਆ ਉਹ ਹਾਈ ਕੋਰਟ ਨੇ ਮੰਗੀ ਸੀ DGP ਤੋਂ। ਹਜੇ ਤੱਕ ਉਹ ਰਿਪੋਰਟ ਦਿੱਤੀ ਨਹੀਂ ਗਈ ਹੈ ਕਿ ਇਹ ਜਿਹੜੇ 13 ਹਥਿਆਰ ਗਾਇਬ ਹੋਏ ਨੇ ਕਦੋਂ ਗਾਇਬ ਹੋਏ ਆ, ਕੌਣ ਲੈ ਕੇ ਗਿਆ ਇਹਨੂੰ, ਔਰ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਕਿਹਦੀ ਫਿਕਸ ਕੀਤੀ ਹੋਈ ਹੈ। ਸੋ ਉਹਨਾਂ ਨੇ ਹੁਣ ਹਾਈ ਕੋਰਟ ਨੇ ਕੱਲ 1 ਮਹੀਨੇ ਦਾ ਟਾਈਮ ਦਿੱਤਾ ਹੈ ਔਰ DGP ਸਾਹਿਬ ਨੂੰ ਬੜਾ ਸਖਤ ਨਿਰਦੇਸ਼ ਦਿੱਤਾ ਹੈ ਵੀ ਜੇ ਇਹ 1 ਮਹੀਨੇ ਦੇ ਅੰਦਰ ਸਾਰੀ ਜਾਣਕਾਰੀ ਨਹੀਂ ਦਿੱਤੀ ਔਰ ਤਾਂ ਫਿਰ DGP ਆਫਿਸ ਨੂੰ 50,000 ਰੁਪਏ ਦਾ ਜੁਰਮਾਨਾ ਕੀਤਾ ਜਾਊਗਾ। ਚਲੋ ਜੁਰਮਾਨਾ
ਇੰਨਾ ਅਹਿਮ ਨਹੀਂ ਹੈ ਜਿੰਨਾ ਅਹਿਮ ਇਹ ਸਵਾਲ ਹੈ ਕਿ ਜਿਹੜੇ ਅਸੀਂ ਜਿੱਥੇ ਜਦੋਂ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਵੱਧਦੇ ਮਾਹੌਲ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਇਸ ਤਰ੍ਹਾਂ ਦੇ ਹਥਿਆਰ ਗਾਇਬ ਹੋਣਾ ਇਹ ਬਹੁਤ ਚਿੰਤਾ ਵਾਲੀ ਗੱਲ ਹੈ। ਇਹ ਹਥਿਆਰ ਕਿੰਨਾ, ਦੇਖੋ ਕੋਈ ਸਧਾਰਨ ਲੋਕ ਤਾਂ ਇਹਨੂੰ ਲੈ ਕੇ ਨਹੀਂ ਗਏ ਹੋਣੇ, ਪੂਰੀ ਤਰ੍ਹਾਂ ਫਿਕਸ ਹੈ ਕਿ ਇਹ ਉਹੀ ਲੋਕਾਂ ਦਾ ਕੰਮ ਹੈ ਜਿਹੜੇ ਲੋਕ ਹਥਿਆਰਾਂ ਨੂੰ ਵਰਤਣਾ ਜਾਣਦੇ ਆ ਔਰ ਗਲਤ ਤਰੀਕੇ ਨਾਲ ਵਰਤਣਗੇ, ਉਹੀ ਲੋਕ ਇਹਦੇ ਪਿੱਛੇ ਹੋਣਗੇ ਔਰ ਇਹਨਾਂ ਦੇ ਹੱਥ ਲੱਗਣੇ ਇਹ ਬਹੁਤ ਚਿੰਤਾ ਵਾਲੀ ਗੱਲ ਹੈ। ਤੁਹਾਨੂੰ ਯਾਦ ਹੋਊਗਾ ਕਿ ਇੱਕ ਵਾਰੀ ਪਹਿਲਾਂ ਵੀ ਇਸ ਕਿਸਮ ਦਾ ਮਾਮਲਾ ਆਇਆ ਸੀ ਜਦੋਂ ਅੱਤਵਾਦ ਵੇਲੇ ਬਹੁਤ ਸਾਰੇ ਹਥਿਆਰ ਪਕੜੇ ਜਾਂਦੇ ਸੀ। ਮੈਨੂੰ ਯਾਦ ਹੈ ਉਦੋਂ ਦੇ ਡੀਜੀਪੀ ਹੁੰਦੇ ਸੀ ਇੱਕ ਜਰਨੈਲ ਸਿੰਘ, ਮਤਲਬ ਉਹਨਾਂ ਨੂੰ ਡੀਜੀਪੀ ਤਾਂ ਨਹੀਂ ਲਗਾਇਆ ਸੀ, ਦੂਜੇ ਡੀਜੀਪੀ ਸੀਗੇ, ਉਹਨਾਂ ਨੇ ਇੱਕ ਆਡਿਟ ਕੀਤਾ ਸੀਗਾ ਕਿ ਇੰਨੇ ਹਥਿਆਰ ਪਕੜੇ ਗਏ ਆ ਔਰ ਜਦੋਂ ਮਾਲਖਾਨਿਆਂ 'ਚ ਤੈਅ ਕੀਤਾ ਗਿਆ ਕਿ ਮਾਲਖਾਨਿਆਂ 'ਚ ਉਸ 'ਚ ਬਹੁਤ ਸਾਰੇ ਗੈਪ ਸੀ, ਤਾਂ ਇਹ ਆਇਆ ਕਿ ਬਹੁਤ ਸਾਰੇ ਹਥਿਆਰ ਤਾਂ ਅਫਸਰਾਂ ਕੋਲ ਹੀ ਨੇ। ਬਹੁਤ ਸਾਰੀਆਂ ਜਿਹੜੀਆਂ AK-47 ਟਾਈਪ ਦੀਆਂ ਰਾਈਫਲਾਂ ਸੀਗੀਆਂ, ਤੁਹਾਨੂੰ ਯਾਦ ਹੋਊਗਾ, ਉਹ ਆਫਿਸਰਾਂ ਕੋਲੇ ਮਿਲੀਆਂ ਸੀਗੀਆਂ ਤੇ ਉਹਦੀ ਰਿਪੋਰਟ ਇੱਕ ਇੰਡੀਆ ਟੁਡੇ ਨੇ ਬਹੁਤ ਡਿਟੇਲਡ ਛਾਪੀ ਸੀ। ਮੈਨੂੰ ਯਾਦ ਹੈ ਉਦੋਂ ਅਸੀਂ ਨਵਾਂ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਸੀ ਤਾਂ ਇਸ ਤਰ੍ਹਾਂ ਦੀਆਂ ਖਬਰਾਂ ਬੜੀਆਂ ਦਿਲਚਸਪ ਲੱਗਦੀਆਂ ਹੁੰਦੀਆਂ। ਤਾਂ ਮੈਂ ਸੋਚ ਕਿ ਵੀ ਜਿਹੜਾ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਹੁਣ ਵੀ ਇਹ ਚੀਜ਼ਾਂ ਥਮੀਆਂ ਨਹੀਂ ਅਜੇ, ਜਦਕਿ ਸਾਡੇ ਕੋਲ ਬਹੁਤ ਸਾਰੀਆਂ ਟੈਕਨੋਲੋਜੀ ਆ ਗਈ ਹੈ, ਪਰ ਹਜੇ ਵੀ ਉਸੇ ਤਰ੍ਹਾਂ ਹੀ ਮਾਲਖਾਨਿਆਂ ਚੋਂ ਜਿਹੜੇ ਹਥਿਆਰ ਨੇ ਉਹ ਗਾਇਬ ਹੋ ਰਹੇ ਆ। ਔਰ ਦੂਜੀ ਇੱਕ ਹੋਰ ਭਾਸਕਰ ਸਾਹਿਬ ਦਾ ਪੱਖ ਲੈ ਲਈਏ, ਨੋ ਡਾਊਟ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਹਥਿਆਰ ਵਧੀਆ ਹੋਣਗੇ, ਕੁਝ ਵਿਦੇਸ਼ੀ ਵੀ ਹੋਣਗੇ, ਉਹ ਬੜੀ ਵਾਰੀ ਪੁਲਿਸ ਅਫਸਰ ਆਪ ਜਾਂ ਆਪਣੇ ਨੇੜਲਿਆਂ ਨੂੰ ਰੱਖਣ ਲਈ ਦੇ ਛੱਡਦੇ ਹੁੰਦੇ ਆ ਵੀ ਜਦੋਂ ਕੋਈ ਸਿਆਪਾ ਪਊ ਉਦੋਂ ਜਮ੍ਹਾਂ ਕਰਾ ਲਾਂਗੇ। ਵੇਖਣ ਵਾਲੀ ਗੱਲ ਆ ਕਿ ਹੁਣ ਇਸ ਤਰ੍ਹਾਂ ਦੇ ਸਟਾਕ ਨੂੰ ਮੇਨਟੇਨ ਕਰਨ ਵਾਲੇ ਅਧਿਕਾਰੀ, ਕਿਉਂਕਿ ਹਰ ਚੀਜ਼ ਜਿਹੜੀ ਆ ਉਹ ਤਾਂ ਰਿਕਾਰਡ ਤੇ ਹੋਊਗੀ, ਸਟਾਕ 'ਚ ਹੋਊਗੀ, ਸਟਾਕ ਤਾਂ ਲੈਣ ਦੇਣ ਵੀ ਹੁੰਦਾ, ਇੱਕ ਤੋਂ ਦੂਜੇ ਨੂੰ ਹੁੰਦਾ ਹੋਊਗਾ, ਦਿਨ 'ਚ 2 ਵਾਰੀ ਵੀ ਹੋ ਸਕਦਾ ਹੈ ਕਿ ਕੌਣ ਡਿਊਟੀ ਤੇ ਆਇਆ ਤੇ ਕਿਹਨੂੰ ਦਿੱਤਾ ਗਿਆ। ਜਦੋਂ ਜ਼ਿੰਮੇਵਾਰੀਆਂ ਫਿਕਸ ਹੋਣਗੀਆਂ, ਚੀਜ਼ਾਂ ਨਿਕਲ ਕੇ ਤੇ ਬਾਹਰ ਆ ਜਾਣਗੀਆਂ। ਜਦੋਂ ਇੱਕ ਵਾਰੀ ਚੰਗੀ ਤਰ੍ਹਾਂ ਸਖਤੀ ਹੁੰਦੀ ਹੈ ਤੇ ਫਿਰ ਪਤਾ ਲੱਗਦਾ ਹੁੰਦਾ ਕਿ ਨਹੀਂ ਇਹ ਤਾਂ ਸ਼ੌਂਕ ਨਾਲ ਹੀ ਰੱਖਿਆ ਸੀ ਜੀ, ਉੱਥੇ ਪਿਆ ਸੀ, ਇੱਥੇ ਪਿਆ ਸੀ ਜੀ, ਨੌਕਰ ਸੀ, ਲੱਭਿਆ ਨਹੀਂ, ਲੱਭ ਜਾਂਦਾ ਹੁੰਦਾ ਜੀ। ਭਾਸਕਰ ਸਾਹਿਬ, ਅਫਸਰਾਂ ਨੂੰ ਤੇ ਅਫਸਰਾਂ ਦੇ ਬੱਚਿਆਂ ਨੂੰ ਹਥਿਆਰਾਂ ਦਾ ਸ਼ੌਂਕ ਤੇ ਹੁੰਦਾ ਹੈ, ਇਹ ਗੱਲ ਤੇ ਆਪਾਂ ਸੁਣੀ ਵੀ ਹੈ ਤੇ ਦੇਖੀ ਵੀ ਹੈ। ਹੁਣ ਜਿਹੜੇ ਮਾਲਖਾਨੇ ਤੋਂ ਹਥਿਆਰ ਗਾਇਬ ਹੋਏ ਨੇ ਉਹਦਾ ਤੇ ਚਲੋ ਇਨਵੈਸਟੀਗੇਸ਼ਨ ਹੋਏਗੀ, ਰਿਕਾਰਡ ਤੇ ਆਏ ਹੋਣਗੇ, ਰਿਕਾਰਡ ਤੋਂ ਆਉਣ ਤੋਂ ਬਾਅਦ ਗਾਇਬ ਹੋ ਗਏ, ਕੁਝ ਰਿਕਾਰਡ ਤੇ ਆਉਣ ਤੋਂ ਪਹਿਲੇ ਹੀ ਹਥਿਆਰ ਗਾਇਬ ਹੋ ਜਾਂਦੇ ਨੇ ਔਰ ਜਿਹੜੇ ਰਿਕਾਰਡ ਤੇ ਚੜ ਜਾਂਦੇ ਨੇ ਫਿਰ ਉਹ PPA ਫਿਲੌਰ, ਉੱਥੇ ਇੱਕ ਹਥਿਆਰ ਦਾ ਪੂਰਾ ਸਿਸਟਮ ਜਿਹਾ ਹੈਗਾ। ਜੇ ਤੁਹਾਨੂੰ ਹਥਿਆਰ ਚਾਹੀਦਾ ਹੋਏ ਤੁਸੀਂ ਉੱਥੇ ਅਪਲਾਈ ਕਰੋ। ਮੈਂ ਆਪਣਾ ਇੱਕ ਐਕਸਪੀਰੀਅੰਸ ਦੱਸ ਰਿਹਾ ਕਿ ਬਹੁਤ ਸਾਲ ਪਹਿਲੇ PPA ਫਿਲੌਰ ਡਾਇਰੈਕਟਰ ਸਾਹਿਬ ਦੇ ਕਮਰੇ 'ਚ ਆਪਾਂ ਬੈਠੇ ਸੀਗੇ ਤੇ ਉਹਦੇ ਵਿੱਚ ਹਥਿਆਰਾਂ ਦੀ ਗੱਲ ਚੱਲ ਪਈ, ਕਿਉਂਕਿ ਉਹਦੇ ਵਿੱਚ ਮੈਂ ਇੱਕ ਸੀਰੀਜ਼ ਕੀਤੀ ਸੀ ਕਾਫੀ ਸਾਰੀ ਖਬਰਾਂ ਦੀ। ਉਹਦੇ ਵਿੱਚ ਕੁਝ ਬਾਬੇ ਆਏ, ਸਮਝ ਜਾਓ ਕਿਹੜੇ ਬਾਬੇ ਹੋ ਸਕਦੇ ਨੇ। ਉਹ ਆਏ ਤੇ ਆ ਕੇ ਉਹਨਾਂ ਨੇ ਹਥਿਆਰਾਂ ਦੀ ਗੱਲ ਕੀਤੀ ਅਫਸਰ ਸਾਹਿਬ ਨਾਲ। ਉਹ ਕਹਿੰਦੇ ਜੀ ਸਾਨੂੰ ਆਹ ਚਾਹੀਦੀ ਹੈ, ਉਹ ਚਾਹੀਦੀ ਹੈ। ਉਹ ਕਹਿੰਦੇ ਕੋਈ ਗੱਲ ਨਹੀਂ ਬਾਬਾ ਜੀ, ਤੁਸੀਂ ਜਾਓ ਉੱਥੇ ਜਾ ਕੇ ਤੁਸੀਂ ਜੋ ਤੁਹਾਨੂੰ ਹਥਿਆਰ ਪਸੰਦ ਹੈ ਉਹ ਤੁਸੀਂ ਮਾਰਕ ਕਰ ਲਓ ਤੇ ਉਸ ਤੋਂ ਬਾਅਦ ਤੁਹਾਨੂੰ ਉਹੀ ਹਥਿਆਰ ਦੇ ਦਾਂਗੇ। ਹਾਲਾਂਕਿ ਇਹ ਪਾਲਿਸੀ ਇਹ ਹੁੰਦੀ ਹੈ ਕਿ ਜਿਹੜੇ PPA ਫਿਲੌਰ ਦੇ ਵਿੱਚ ਹਥਿਆਰ ਆਮ ਲੋਕਾਂ ਨੂੰ ਦਿੱਤੇ ਜਾਂਦੇ ਨੇ, ਉਹਦੇ ਵਿੱਚ ਹਥਿਆਰ ਨੂੰ ਹੱਥ ਲਾਉਣ ਦੀ ਤੁਹਾਨੂੰ ਇਜਾਜ਼ਤ ਨਹੀਂ ਹੁੰਦੀ। ਐਜ਼ ਐਂਡ ਵੇਅਰ ਬੇਸਿਸ ਤੇ ਉਹ ਹਥਿਆਰ ਤੁਹਾਨੂੰ ਲੈਣੇ ਪੈਂਦੇ ਨੇ। ਚੱਲਦਾ ਹੈ ਨਹੀਂ ਚੱਲਦਾ, ਇੰਨੇ ਦਾ ਮਿਲੇਗਾ ਔਰ ਤੁਸੀਂ ਬੋਲੀ ਜਾਂ ਜੋ ਵੀ ਤੁਸੀਂ ਇਹ ਕੋਟੇਸ਼ਨ ਲੈਣੀ ਹੈ, ਉਸ ਤੋਂ ਬਾਅਦ ਭਾਵੇਂ ਉਹ ਹਥਿਆਰ ਲੈਣ ਤੋਂ ਬਾਅਦ ਚੱਲੇ ਨਾ, ਉਹ ਤੁਹਾਡਾ ਹੈ। ਪਰ ਬਾਬਿਆਂ ਨੂੰ, ਇਨਫਲੂਐਂਸ਼ੀਅਲ ਲੋਕਾਂ ਨੂੰ, ਅਫਸਰਾਂ ਦੇ ਬੱਚਿਆਂ ਨੂੰ ਇਹ ਸੁਵਿਧਾ ਹੈਗੀ ਹੈ ਕਿ ਤੁਸੀਂ ਜਾ ਕੇ ਪੂਰਾ ਹਥਿਆਰ ਚੈੱਕ ਕਰ ਲਓ, ਬਿਲਕੁਲ ਫਿੱਟ ਹੈਗਾ। ਜਿਹੜਾ 4 ਲੱਖ ਦਾ ਹਥਿਆਰ ਹੈ ਤੁਹਾਨੂੰ 40,000 ਦਾ ਵੀ ਉੱਥੇ ਮਿਲ ਜਾਊਗਾ। ਇਹ ਸਿਸਟਮ ਤੇ PPA ਫਿਲੌਰ ਦੇ ਵਿੱਚ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ ਤੇ ਇਸ ਕਰਕੇ ਵੀ ਕਈ ਵਾਰ ਚੰਗੇ ਹਥਿਆਰ ਉਸ ਖਾਸ ਬੰਦਿਆਂ ਵਾਸਤੇ ਉੱਥੇ ਰੱਖੇ ਜਾਂਦੇ ਨੇ। ਔਰ ਤੁਸੀਂ ਦੇਖੋ, ਚੈੱਕ ਕਰੋ, ਪਰ ਚਲਾਨ ਤਾਂ ਚੈੱਕ ਨਹੀਂ ਕਿ ਚਲਾ ਕੇ ਚੈੱਕ ਕਰੋ, ਪਰ ਉਹਦਾ ਦੇਖ ਲਓ ਵੀ ਚੱਲਦਾ ਹੈਗਾ ਇਹ ਸਿਸਟਮ ਹਥਿਆਰਾਂ ਦਾ। ਹੁਣ ਪਿੱਛੇ ਮਨੀਪੁਰ ਦੇ ਵਿੱਚ ਇੱਕ ਖਬਰ ਛਪੀ ਸੀਗੀ ਕਿ ਬਹੁਤ ਸਾਰੇ ਹਥਿਆਰ, ਇੱਕ ਦਿਨ ਬਾਰੂਦ ਵੀ, ਉਹ ਉੱਥੇ ਲੋਕਾਂ ਨੇ ਲੁੱਟ ਲਏ। ਉਸ ਤੋਂ ਬਾਅਦ ਦੇਸ਼ ਦੇ ਹੋਮ ਮਿਨਿਸਟਰ, ਉਹਨਾਂ ਨੇ ਉਹ ਹਥਿਆਰ ਵਾਪਸ ਲੈਣ ਵਾਸਤੇ ਇੱਕ ਡੱਬਾ ਜਿਹਾ ਸੜਕ ਤੇ ਕਹਿੰਦੇ ਰੱਖਤਾ। ਉਸ ਤੋਂ ਬਾਅਦ ਕਿਹਾ ਵੀ ਜਿੰਨੇ ਵੀ ਇਹ ਹਥਿਆਰ ਲੁੱਟੇ ਨੇ ਕਿਰਪਾ ਕਰਕੇ ਇੱਥੇ ਰੱਖ ਦੇਣ, ਕਿਉਂਕਿ ਉਹਦਾ ਰਿਕਵਰੀ ਬੜੀ ਔਖੀ ਸੀ, ਉਹ ਵੀ ਖਾਸ ਕਰਕੇ ਜਿੱਥੇ ਕਲੈਸ਼ ਚੱਲ ਰਿਹਾ ਸੀ। ਯਾਨੀ ਹਥਿਆਰਾਂ ਦੀ ਰਿਕਵਰੀ ਦੇ ਉੱਤੇ ਵੱਖ-ਵੱਖ ਸੂਬਿਆਂ ਦੇ ਉੱਤੇ ਕਈ ਤਰੀਕੇ ਅਪਣਾਉਣੇ ਪੈਂਦੇ ਨੇ। ਔਰ ਜਿਹੜਾ ਪੰਜਾਬ ਹੈ ਉਹਦੇ ਵਿੱਚ ਹਥਿਆਰਾਂ ਦੀ ਇਨਡਾਇਰੈਕਟਲੀ ਵੱਡੇ ਵਧੀਆ ਹਥਿਆਰ ਅਫਸਰਾਂ ਨੂੰ ਕਿੱਦਾਂ ਮਿਲ ਜਾਂਦੇ ਨੇ, ਉਹਦਾ ਮੈਂ ਤਰੀਕਾ ਤੁਹਾਨੂੰ ਦੱਸਦਾ। ਕੌਮੀ ਇਨਸਾਫ ਮੋਰਚੇ ਤੇ ਆਇਓ ਜੀ ਅੰਦਰਪ੍ਰੀਤ ਜੀ। ਰੰਧਾਵਾ ਸਾਹਿਬ, ਕੱਲ ਕੌਮੀ ਇਨਸਾਫ ਮੋਰਚੇ ਵਾਲਾ ਵੀ ਜਿਹੜਾ ਇਸ਼ੂ ਸੀਗਾ ਉਹਦੇ ਵਿੱਚ
ਹਾਈ ਕੋਰਟ ਔਰ ਕਾਫੀ ਲੰਬਾ ਹੋ ਗਿਆ ਔਰ ਹਾਈ ਕੋਰਟ ਤੁਹਾਨੂੰ ਪਤਾ 2-3 ਵਾਰੀ ਡੀਜੀਪੀ ਨੂੰ ਫਟਕਾਰ ਵੀ ਲਗਾ ਚੁੱਕਿਆ ਵੀ ਤੁਸੀਂ ਇਹ ਮਸਲੇ ਨੂੰ ਹੱਲ ਨਹੀਂ ਕਰ ਰਹੇ। ਹੁਣ ਦੋਨੋਂ ਧਿਰਾਂ ਨੂੰ ਮਤਲਬ ਕੌਮੀ ਇਨਸਾਫ ਮੋਰਚੇ ਵਾਲਿਆਂ ਨੂੰ ਵੀ ਔਰ ਪੁਲਿਸ ਨੂੰ ਵੀ, ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਵੀ ਇਹ ਟਾਈਮ ਦਿੱਤਾ ਹੈ ਕਿ ਤੁਸੀਂ ਬੈਠ ਕੇ ਇਹਦਾ ਕੋਈ ਹੱਲ ਲੱਭੋ ਔਰ 30 ਦਿਨਾਂ ਦੇ ਅੰਦਰ ਅੰਦਰ ਜਿਹੜਾ ਹੈਗਾ ਉਹ ਸਾਨੂੰ ਦੱਸੋ ਕਿ ਕੀ ਹੱਲ ਕੀਤਾ ਹੈ। ਪਰ ਇਹ ਰਸਤਾ ਖੁਲਵਾਓ, ਮਤਲਬ ਉਹਨਾਂ ਦਾ ਮੇਨ ਮਕਸਦ ਰਸਤਾ ਖੁਲਵਾਉਣ ਦਾ ਹੈ। ਇਹ ਨਹੀਂ ਹੈ ਕਿ ਅਸੀਂ ਛੱਡਣੇ ਨੇ ਕਿ ਬੰਦੇ ਨਹੀਂ ਛੱਡਣੇ। ਇਸ ਤੇ ਤਾਂ ਹਾਈ ਕੋਰਟ, ਕਿਉਂਕਿ ਹਾਈ ਕੋਰਟ ਦੀ ਪ੍ਰੀਵਿਊ ਚ ਵੀ ਨਹੀਂ ਹੈ, ਇਸ ਕਰਕੇ ਉਹਨਾਂ ਨੇ ਇਸ ਤੇ ਫੈਸਲਾ ਨਹੀਂ ਲਿਆ। ਪਰ ਉਹਨੇ ਕਿਹਾ ਵੀ ਰਸਤਾ ਕਿਸੇ ਵੀ ਤਰ੍ਹਾਂ ਖੁਲਵਾਇਆ ਜਾਏ ਤੇ ਦੋਨੋਂ ਧਿਰਾਂ ਜਿਹੜੀਆਂ ਹੈਗੀਆਂ ਨੇ ਬੈਠ ਕੇ ਇਸ ਤੇ ਕੰਮ ਕਰੋ। ਇਹ ਮੈਨੂੰ ਲੱਗਦਾ ਕਿ ਦੇਖੋ ਹੁਣ 1 ਮਹੀਨੇ ਦੇ ਅੰਦਰ ਅੰਦਰ ਉਹਨਾਂ ਨੇ ਜਵਾਬ ਮੰਗਿਆ ਤੇ ਕਦੋਂ ਤੱਕ ਇਹ ਮਸਲਾ ਹੱਲ ਹੋ ਜਾਏਗਾ। 15 ਕੁ ਦਿਨ ਦਿੱਤੇ ਗਏ ਆ ਕਿ 15 ਦਿਨਾਂ ਦੇ ਵਿੱਚ ਹਾਂ 15 ਦਿਨ, 30 ਦਿਨ ਤਾਂ ਦੂਸਰੇ ਜੀ ਫੈਸਲਾ ਲਿਆ ਜਾਏ। ਭਾਸਕਰ ਸਾਹਿਬ, ਦੇਸ਼ ਦੀ ਰਾਜਨੀਤੀ ਦੇ ਵਿੱਚ ਵੀ ਕਾਫੀ ਕੁਝ ਵਾਪਰ ਰਿਹਾ ਤੇ ਤੁਸੀਂ ਸਿੱਧਿਓਂ ਸਾਂਝ ਪਾ ਦਿਓ ਮੈਂ ਭੂਮਿਕਾ ਕਦ ਬਣਨੀ। ਦੇਖੋ, ਕੱਲ ਦਾ ਦਿਨ ਬੜਾ ਦੇਸ਼ ਦੀ ਰਾਜਨੀਤੀ ਵਾਸਤੇ ਬੜਾ ਇੰਪੋਰਟੈਂਟ ਸੀਗਾ, ਖਾਸ ਕਰਕੇ ਤਦ ਜਦ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਵਿੱਚ ਜਿੱਥੇ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ, ਉਹਦੇ ਵਿੱਚ ਬੀਜੇਪੀ ਨੇ ਪਹਿਲ ਕਰਦੇ ਹੋਏ ਆਪਣੇ ਕੈਂਡੀਡੇਟ ਐਲਾਨ ਤੇ ਮੱਧ ਪ੍ਰਦੇਸ਼ ਵਾਸਤੇ 39 ਨਾਂ ਅੱਗੇ ਤੋਰ ਤੇ ਔਰ 21 ਨਾਂ ਛੱਤੀਸਗੜ੍ਹ ਵਾਸਤੇ। ਔਰ ਇਹ ਉਹ ਸੀਟਾਂ ਨੇ ਜਿਹਦੇ ਉੱਤੇ ਕਾਂਗਰਸ ਮਜ਼ਬੂਤ ਨੇ। ਔਰ ਮੱਧ ਪ੍ਰਦੇਸ਼ ਦੇ ਵਿੱਚ ਤੇ ਕੁਝ ਨਾਂ ਬੜੇ ਹੈਰਾਨੀਜਨਕ ਨੇ, ਪਰ ਚਲੋ ਉਹ ਨਾਵਾਂ ਦਾ ਸਿਲਸਿਲਾ ਤੇ ਆਂਦਾ ਰਹੇਗਾ। ਪਰ ਇਹਨਾਂ ਸਾਰੀ ਸੀਟਾਂ ਦੇ ਵਿੱਚ ਜਿਨ੍ਹਾਂ ਦੇ ਉੱਤੇ ਕੈਂਡੀਡੇਟ ਐਲਾਨੇ ਨੇ ਉੱਥੇ ਕਾਂਗਰਸ ਮਜ਼ਬੂਤ ਹੈ। ਰਾਜਸਥਾਨ ਦੀ ਗੱਲ ਕਰੀਏ ਤੇ ਵਸੁੰਧਰਾ ਰਾਜੇ ਸਿੰਧੀਆ ਦਾ ਅਗਲਾ ਮੁੱਖ ਮੰਤਰੀ ਦੇ ਤੌਰ ਤੇ ਪ੍ਰੋਜੈਕਟ ਕਰਨਾ ਜਾਂ ਹੋਣਾ, ਉਹਦੇ ਉੱਤੇ ਕੋਈ ਠੱਲ ਪੈਂਦੀ ਹੋਈ ਨਜ਼ਰ ਆਉਂਦੀ ਹੈ, ਕਿਉਂਕਿ ਜਿਹੜੇ 2 ਇੰਪੋਰਟੈਂਟ ਪੈਨਲ ਬਣਾਏ ਨੇ, ਕੈਂਪੇਨ ਕਮੇਟੀ ਤੇ ਮੈਨੀਫੈਸਟੋ ਕਮੇਟੀ, ਉਹਦੇ ਵਿੱਚ ਵਸੁੰਧਰਾ ਰਾਜੇ ਸਿੰਧੀਆ ਦਾ ਨਾਂ ਨਾ ਹੋਣਾ ਇਸ ਗੱਲ ਦੀ ਤਰਫ ਇੰਡੀਕੇਟ ਕਰਦਾ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਰਾਜਸਥਾਨ ਦੀ ਕਮਾਨ ਚੇਚੇ ਤੌਰ ਤੇ ਆਪ ਸੰਭਾਲੀ ਹੈ ਔਰ ਅਮਿਤ ਸ਼ਾਹ ਉਹਨਾਂ ਨੂੰ ਮੱਧ ਪ੍ਰਦੇਸ਼ ਭੇਜਿਆ। ਇਹ ਸਾਰੀ ਗੱਲਾਂ ਦੇ ਵਿੱਚ ਹੁਣ ਵਸੁੰਧਰਾ ਰਾਜੇ ਸਿੰਧੀਆ ਲੱਗਦਾ ਹੈ ਕਿ ਅੱਗੇ ਚੱਲ ਕੇ ਹੁਣ ਪ੍ਰਧਾਨ ਮੰਤਰੀ ਨਾਲ ਤੇ ਬਹਿਸ ਕਰ ਨਹੀਂ ਸਕਦੇ, ਇੰਚਾਰਜ ਹੀ ਉਹ ਨੇ ਉਹ ਸਟੇਟ ਦੇ, ਔਰ ਉੱਥੇ ਪੂਰੀ ਕਮਾਨ ਸੰਭਾਲਣਾ ਰਾਜੇ ਮੈਡਮ ਦਾ ਹੋਏਗਾ ਕਿ ਪਤਾ ਨਹੀਂ। ਪਰ ਅੱਗੇ ਚੱਲ ਕੇ ਤੁਸੀਂ ਇਹੀ ਗੱਲ ਸ਼ਰਦ ਪਵਾਰ ਤੇ ਲੈ ਕੇ ਜਾਂਦੇ ਹੋ। ਸ਼ਰਦ ਪਵਾਰ ਉਹਨਾਂ ਨੇ 31 ਅਗਸਤ ਤੇ 1 ਸਤੰਬਰ ਨੂੰ ਉੱਥੇ ਸੱਦਾ ਦਿੱਤਾ ਹੋਇਆ ਇੰਡੀਆ ਨੂੰ, ਯਾਨੀ ਇੰਡੀਆ ਅਲਾਈਅੰਸ ਨੂੰ। ਉਸ ਸੱਦੇ ਦੇ ਵਿੱਚ, ਉਸ ਮੀਟਿੰਗ ਦੇ ਵਿੱਚ ਕੀ ਕੁਝ ਹੋਣਾ ਉਸ ਤੋਂ ਪਹਿਲੇ ਸ਼ੱਕ ਦੇ ਨਜ਼ਰ ਨਾਲ ਸ਼ਰਦ ਪਵਾਰ ਉਹਨਾਂ ਦੇ ਮਿੱਤਰ, ਪੋਲੀਟੀਕਲ ਮਿੱਤਰ ਦੇਖ ਰਹੇ ਨੇ, ਖਾਸ ਕਰਕੇ ਉਧਵ ਠਾਕਰੇ ਤੇ ਕਾਂਗਰਸ, ਜਦ ਉਹ ਅਜੀਤ ਪਵਾਰ ਦੇ ਨਾਲ 4 ਸੀਕ੍ਰੇਟ ਮੀਟਿੰਗ ਕਰਦੇ ਨੇ। ਔਰ ਉਹਨਾਂ ਮੀਟਿੰਗਾਂ ਦੇ ਵਿੱਚ ਕੀ ਹੋਇਆ, ਜਦ ਇਸ ਗੱਲ ਦਾ ਉਹ ਖੁਲਾਸਾ ਕਰਦੇ ਨੇ ਕਿ ਕਹਿੰਦੇ ਸਾਡੇ ਮਿੱਤਰ ਸਾਨੂੰ ਕਹਿੰਦੇ ਨੇ ਬੀਜੇਪੀ ਵੱਲ ਜਾਓ, ਪਰ ਮੈਂ ਜਾਊਂਗਾ ਨਹੀਂ। ਔਰ ਹੁਣ ਉਹ ਇੱਕ ਮਹਾਰਾਸ਼ਟਰ ਦੀ ਯਾਤਰਾ ਦੇ ਵਿੱਚ ਨਿਕਲੇ ਹੋਏ ਨੇ ਔਰ ਕੱਲ ਬੀਡ ਦੇ ਵਿੱਚ ਉਹਨਾਂ ਨੇ ਇਸ ਗੱਲ ਦੇ ਸਬੂਤ ਦਿੱਤੇ ਕਿ ਸਾਡਾ ਮੇਨ ਮਕਸਦ ਹੈਗਾ ਬੀਜੇਪੀ ਨੂੰ ਹਰਾਣਾ। ਔਰ ਇਸ ਕਰਨ ਤੋਂ ਬਾਅਦ ਜਦ 31 ਤੇ 1 ਸਤੰਬਰ ਨੂੰ ਜਦ ਮਿਲਣਗੇ ਮੁੰਬਈ ਦੇ ਵਿੱਚ ਇੰਡੀਆ ਵਾਲੇ, ਤੇ ਉਹ ਕੀ ਫੈਸਲਾ ਲੈਂਦੇ ਨੇ ਉਸ ਗੱਲ ਦਾ ਵੀ ਅੰਦਾਜ਼ਾ ਇਹਨਾਂ ਗੱਲਾਂ ਤੋਂ ਲਾਇਆ ਜਾ ਸਕਦਾ। ਔਰ ਦੂਜੇ ਪਾਸੇ ਨੀਤੀਸ਼ ਕੁਮਾਰ ਵੀ ਕੱਲ ਪਰਸੋਂ ਦਿੱਲੀ ਪਹੁੰਚੇ ਹੋਏ ਸੀਗੇ। ਉਮੀਦ ਸੀਗੀ ਕਿ ਵੱਡੇ ਲੀਡਰਾਂ ਨਾਲ ਉਹਨਾਂ ਦੀ ਮੀਟਿੰਗ ਹੋਏਗੀ। ਰਾਹੁਲ ਗਾਂਧੀ ਨਾਲ ਉਹਨਾਂ ਦੀ ਮੀਟਿੰਗ ਇਸ ਕਰਕੇ ਨਹੀਂ ਹੋਈ ਕਿ ਰਾਹੁਲ ਗਾਂਧੀ ਉਹਨਾਂ ਦਿੱਲੀ ਦੇ ਵਿੱਚ ਨਹੀਂ ਸੀਗੇ, ਪਰ ਉਹ ਚਲੇ ਗਏ ਅਟਲ ਮੈਮੋਰੀਅਲ ਜਿਹੜਾ ਬਣਿਆ ਸੀਗਾ, ਕਿਉਂਕਿ ਅਟਲ ਬਿਹਾਰੀ ਵਾਜਪਾਈ ਦੀ ਪੁੰਨਿਆ ਤਿਥੀ ਵੀ ਸੀਗੀ। ਪਰ ਉਹਨਾਂ ਦਾ ਉੱਥੇ ਜਾਣਾ ਉਹ ਵੀ ਉਹਨਾਂ ਨੂੰ ਸ਼ੱਕ ਦੇ ਘੇਰੇ ਦੇ ਵਿੱਚ ਲੈ ਕੇ ਆਇਆ। ਹੁਣ ਸ਼ੱਕ ਤੇ ਬੜਾ, ਕਿਉਂਕਿ ਜਦ ਤੁਸੀਂ ਨਵੇਂ ਮਿੱਤਰ ਬਣਦੇ ਨਾ, ਉਹ ਵੀ ਪੋਲੀਟੀਕਲ ਮਿੱਤਰ, ਤੇ ਉਹਦੇ ਵਿੱਚ ਇੱਕ ਦੂਜੇ ਤੇ ਸ਼ੱਕ ਕਰਦੇ ਰਹਿੰਦੇ ਨੇ। ਤੇ ਇੰਡੀਆ ਦੇ ਵਿੱਚ ਜਿਹੜਾ ਸ਼ੱਕ ਹੈ ਉਹ ਇਸ ਸ਼ੱਕ ਨੂੰ ਕੋਈ ਸਿਰੇ ਚਾੜ ਪਾਏਗੇ ਕਿਸੇ ਅਲਾਈਅੰਸ ਦੇ ਜਾਂ ਸੀਟ ਸ਼ੇਅਰਿੰਗ ਦੇ ਉੱਤੇ, ਉਹਦੇ ਉੱਤੇ ਵੀ ਅਕਸਰ ਡਾਊਟ ਹੁੰਦਾ ਹੈ। ਬਾਕੀ ਕਾਂਗਰਸ ਨੇ ਵੀ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਜਾਂ ਗੁਜਰਾਤ ਦੇ ਇਲੈਕਸ਼ਨਾਂ ਨੂੰ ਲੈ ਕੇ, ਗੁਜਰਾਤ ਦੇ ਇਲੈਕਸ਼ਨ ਹੋ ਚੁੱਕੇ, ਉੱਥੇ ਵੀ ਆਪਣੀ ਟੀਮ ਚੇਂਜ ਕੀਤੀ ਹੈ। ਸੁਰਜੇਵਾਲ ਜਿਹੜੇ ਕਰਨਾਟਕਾ ਜਿਤਾ ਕੇ ਕਾਂਗਰਸ ਨੂੰ ਦਿੱਤਾ ਸੀਗਾ, ਉਹਨਾਂ ਨੂੰ ਹੁਣ ਐਮਪੀ ਦੀ ਕਮਾਨ ਦਿੱਤੀ ਹੋਈ ਹੈ ਔਰ ਮੁਕੁਲ ਵਾਸਨਿਕ ਉਹਨਾਂ ਨੂੰ ਗੁਜਰਾਤ ਦੀ ਕਮਾਨ ਦਿੱਤੀ ਹੈ। ਤੇ ਇੱਕ ਹੋਰ ਨੇਤਾ ਨੇ ਇਹਨਾਂ ਦੇ ਅਜੇ ਰਾਏ, ਉਹਨਾਂ ਨੂੰ ਉੱਤਰ ਪ੍ਰਦੇਸ਼ ਵਿੱਚ ਘੱਲਿਆ ਜਿੱਥੇ ਪ੍ਰਿਯੰਕਾ ਗਾਂਧੀ ਉਹਨਾਂ ਕਦੀ ਸਕਰੀਆ ਹੁੰਦੀ ਸੀ। ਹੁਣ ਦੇਸ਼ ਦੀ ਰਾਜਨੀਤੀ ਭਾਵੇਂ ਬੜੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਤੇ 2 ਮਹੀਨੇ ਵਿੱਚ ਇੱਕ ਡੈਮੋਕ੍ਰੇਸੀ ਦਾ 5 ਸੂਬਿਆਂ ਦੇ ਵਿੱਚ ਮੇਲਾ ਲੱਗਣ ਵਾਲਾ ਹੈ। ਫਿਰ ਉਸ ਤੋਂ ਬਾਅਦ ਪਾਰਲੀਮੈਂਟ ਇਲੈਕਸ਼ਨ ਦਾ ਮੇਲਾ ਤਾਂ ਮੇਲਾ ਹੀ ਆ, ਪਰ ਮੇਲੇ 'ਚ ਅਮਰੂਦਾਂ ਵਾਲੀ ਗੱਲ ਅੰਦਰਪ੍ਰੀਤ ਜੀ ਜ਼ਰੂਰ ਕਰਦੇ ਹੋ। ਮੇਲੇ ਦੇ ਵਿੱਚ ਅਮਰੂਦਾਂ ਵਾਲੀ ਗੱਲ ਨਾ ਕਰੋ ਨਾ ਤੇ ਫਿਰ ਭਗਵੰਤ ਮਾਨ ਉਹਨਾਂ ਦੀ ਗੱਲ ਦਾ ਕੋਈ ਮਤਲਬ ਨਹੀਂ ਨਿਕਲਦਾ। ਅਲਕਾ ਲਾਂਬਾ ਉਹਨਾਂ ਦਾ ਸਵਾਲ ਪੁੱਛ ਰਿਹਾ ਕਿ ਅਲਕਾ ਲਾਂਬਾ ਉਹਨਾਂ ਕਹਿੰਦੀ ਹੈ ਦਿੱਲੀ ਦੇ ਵਿੱਚ 7 ਦੀ 7 ਸੀਟਾਂ ਲੜਾਂਗੇ ਔਰ ਆਮ ਆਦਮੀ ਪਾਰਟੀ ਨੇ ਉਹਦਾ ਗੁੱਸਾ ਮੰਨ ਲਿਆ। ਉਹ ਕਹਿੰਦੇ ਠੀਕ ਹੈ, ਫਿਰ ਸਾਡਾ ਇੰਡੀਆ ਵਾਲੀ ਉਹ ਜਿਹੜੀ ਮੀਟਿੰਗ ਹੈਗੀ ਹੈ ਮੁੰਬਈ, ਸਾਡਾ ਜਾਣ ਦਾ ਫਾਇਦਾ ਕੀ ਹੈ। ਕਾਂਗਰਸ ਨੇ ਆਪਣਾ ਯੂ ਟਰਨ ਤੇ ਲੈ ਲਿਆ, ਬਲਕਿ ਅਲਕਾ ਲਾਂਬਾ ਨੂੰ ਨਕਾਰਤਾ ਕਿ ਅਲਕਾ ਲਾਂਬਾ ਜੀ ਇਹ ਤੇ ਆਥੋਰਾਈਜ਼ ਹੀ ਨਹੀਂ ਹੈਗੀ,
ਇਹ ਕਹਿ ਕਿੱਦਾਂ ਗਈ ਹੈ ਗੱਲ, ਸਾਡਾ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ। ਔਰ ਮੁੱਖ ਮੰਤਰੀ ਜਦ ਇਹਦੇ ਉੱਤੇ ਕਹਿੰਦੇ ਨੇ ਕਿ ਮੇਲੇ ਦੇ ਵਿੱਚ ਕੋਈ ਅਮਰੂਦਾਂ ਨੂੰ ਨਹੀਂ ਪੁੱਛਦਾ, ਤੇ ਅਮਰੂਦਾਂ ਦਾ ਮਤਲਬ ਹਲਕਾ ਲਾਂਬਾ ਸੀਗੇ, ਪਰ ਸਾਡੇ ਆਪਣੇ ਪੰਜਾਬ ਵਾਲੇ ਨਾਰਾਜ਼ ਹੋ ਗਏ, ਉਹਨਾਂ ਨੂੰ ਲੱਗਿਆ ਅਮਰੂਦ ਸਾਨੂੰ ਕਹਿਤਾ ਹੈ, ਪਰ ਉਹ ਹਲਕਾ ਲਾਂਬਾ ਨੂੰ ਕਿਹਾ ਸੀਗਾ। ਜੀ ਇੰਦਰਪ੍ਰੀਤ ਜੀ, ਸੁਖਜਿੰਦਰ ਸਿੰਘ ਰੰਧਾਵਾ ਬੜੇ ਭੜਕੇ ਹੋਏ ਸੀ ਕੱਲ ਇਸੇ ਮਾਮਲੇ 'ਚ। ਜੀ ਉਹਨਾਂ ਨੇ ਜਿਹੜਾ ਟਵੀਟ ਕੀਤਾ ਉਹ ਬੜਾ ਸੀਗਾ ਕਿ ਅਮਰੂਦ, ਉਹਨਾਂ ਨੇ ਕਿਹਾ ਵੀ ਅਮਰੂਦ ਤਾਂ ਇੱਕ ਆਮ ਫਲ ਹੈ ਜਿਹੜਾ ਆਮ ਘਰਾਂ 'ਚ ਖਾਇਆ ਜਾਂਦਾ ਹੈ, ਲੱਗਦਾ ਤੁਸੀਂ ਖਾਸ ਹੋ ਗਏ ਹੋ ਤੇ ਹੁਣ ਤੁਸੀਂ ਸੀਤਾਫਲ ਖਾਣ ਵੱਲ ਚਲੇ ਗਏ ਹੋ, ਤੇ ਸੀਤਾਫਲ ਖਾਣ ਵਾਲਿਆਂ ਦੀ ਹਾਲਤ ਕੀ ਹੋਈ ਹੈ ਪਿੱਛੇ ਤੁਸੀਂ ਦੇਖ ਹੀ ਚੁੱਕੇ ਹੋ। ਇਹ ਉਹਨਾਂ ਨੇ ਸਟਾਇਰ ਜ਼ਰੂਰ ਮਾਰਿਆ ਹੈ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਾਲ ਹੀ ਲਪੇਟ ਲਿਆ ਉਹਨਾਂ ਨੇ, ਤੇ ਆਪਣੇ ਭਗਵੰਤ ਮਾਨ ਹੋਣਾ ਨੂੰ ਵੀ ਨਾਲ। ਗੁੱਸਾ ਤਾਂ ਕਰਨਾ ਬਣਦਾ ਹੀ ਹੈ, ਸੀਐਮ ਦਾ ਸਟਾਇਰ ਜਿਹੜਾ ਹੈਗਾ ਉਹ ਬਹੁਤ ਤਿੱਖਾ ਹੁੰਦਾ ਹੈ ਕਿਉਂਕਿ ਉਹ ਪ੍ਰੋਫੈਸ਼ਨਲ ਨੇ ਇਸ ਮਾਮਲੇ ਦੇ ਵਿੱਚ। ਤੇ ਦੇਖੋ ਗੱਲ ਉੱਥੇ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਈ ਸੀ ਉਹ ਤਾਂ ਅਲਕਾ ਲਾਂਬਾ ਦੇ ਸੰਦਰਭ 'ਚ ਹੋਈ ਸੀ, ਪਰ ਇਹੀ ਗੱਲ ਜਦੋਂ ਹੁਸ਼ਿਆਰਪੁਰ 'ਚ ਹੋਈ ਸੀ ਉਹ ਅਲਕਾ ਲਾਂਬਾ ਦੀ ਬਜਾਏ ਪ੍ਰਤਾਪ ਸਿੰਘ ਬਾਜਵਾ ਦੇ ਸੰਦਰਭ 'ਚ ਹੋਈ ਹੈ। ਸੋ ਸੀਐਮ ਸਾਹਿਬ ਨੇ ਇੱਕੋ ਹੀ ਗੱਲ ਕਹਿ ਕੇ ਦੋਨਾਂ ਨੂੰ ਲਪੇਟ ਲਿਆ। ਸੋ ਹੁਣ ਆਪਣੇ ਆਪਣੇ ਅੰਦਾਜ਼ੇ ਲਗਾ ਲੈਣ ਵੀ ਕਿਹਨੂੰ ਅਮਰੂਦ ਕਿਹਾ ਤੇ ਕਿਹਨੂੰ ਸੀਤਾਫਲ ਕਿਹਾ। ਅਸਲ 'ਚ ਮੈਨੂੰ ਥੋੜੀ ਜਿਹੀ ਜਾਣਕਾਰੀ ਹੋਰ ਤੁਹਾਡੇ ਤੋਂ ਲੈਣੀ, ਕਿਉਂਕਿ ਤੁਸੀਂ ਮੁੱਖ ਮੰਤਰੀ ਦੇ ਘਰ, ਦਫ਼ਤਰ, ਸਕੱਤਰੇਤ ਲੰਘਦੇ ਆਉਂਦੇ ਮੜਦੇ ਰਹਿੰਦੇ ਹੋ, ਰੋਜ਼ ਤੁਹਾਡੇ ਟਾਸਕ ਹੁੰਦੇ ਆ ਅਖਬਾਰੀ ਨਜ਼ਰੀਏ ਤੋਂ। ਮੈਨੂੰ ਇਹ ਜਰਾ ਦੱਸੋ ਵੀ ਉਹ ਸੀਤਾਫਲ ਵਾਲੀ ਕਹਾਣੀ ਸੈਕਟਰ 2 ਵਾਲੇ ਮੁੱਖ ਮੰਤਰੀ ਦੇ ਘਰ ਦੀ ਹੈ ਕਿ ਜਾਂ ਸਿਸਵਾ ਵਾਲੇ ਦੀ ਸੀਗੀ, ਤਾਂ ਕਿ ਅਸੀਂ ਇਹ ਦੇਖੀਏ ਵੀ ਭਗਵੰਤ ਮਾਨ ਵੀ ਉਧਰ ਸੀਤਾਫਲ ਜਾਂ ਵੇਖਣ ਜਾਂਦੇ ਹੋਣੇ ਕਿ ਨਹੀਂ। ਉਹ ਤਾਂ ਸੀਤਾਫਲ ਵਾਲੀ ਜਿਹੜੀ ਹੈਗੀ ਆ ਉਹ ਸਿਸਵਾ ਵਾਲੇ ਫਾਰਮ ਦੀ ਹੋਈ ਹੈ, ਇੱਥੇ ਦੇ ਨਹੀਂ ਆ, ਉੱਥੇ ਲਗਾਏ ਗਏ ਸੀ। ਔਰ ਕੈਪਟਨ ਸਾਹਿਬ ਨੇ ਸਾਨੂੰ ਇੱਕ ਵਾਰੀ ਬੁਲਾਇਆ ਵੀ ਸੀ ਉੱਥੇ, ਉਹਨਾਂ ਨੇ ਆਪਣਾ ਪੂਰਾ ਬਾਗ ਦਿਖਾਇਆ। ਕੈਪਟਨ ਸਾਹਿਬ ਨੂੰ ਬੜਾ ਸ਼ੌਕ ਹੈ ਖਾਸ ਤੌਰ ਤੇ ਹਾਰਟੀਕਲਚਰ ਦਾ ਉਹਨਾਂ ਨੂੰ ਬਹੁਤ ਸ਼ੌਕ ਹੈ, ਔਰ ਉਹਨਾਂ ਨੇ ਜਿਹੜੇ ਇਹ ਲਗਾਏ ਹੈ ਸਭ ਡਿਫਰੈਂਟ ਏਰੀਆਜ਼ ਤੋਂ ਲਿਆ ਕੇ ਲਗਾਏ ਨੇ। ਹਾਲਾਂਕਿ ਇਹ ਸੀਤਾਫਲ ਸਾਡੇ ਇੱਥੇ ਦਾ ਫਲ ਨਹੀਂ ਹੈਗਾ ਔਰ ਨਾ ਹੀ ਇੱਥੇ ਹੁੰਦਾ ਹੈ, ਪਰ ਜੋਰ ਸਾਰੇ ਲਗਾਉਂਦੇ ਆ ਕਿ ਹੋ ਜੇ, ਪਰ ਹੁੰਦਾ ਨਹੀਂ ਹੈ ਜੀ। ਐਕਚੁਅਲੀ ਚਾਹੀਦਾ ਸੀਤਾਫਲ ਹੁੰਦਾ ਕਿਦਾਂ ਦਾ ਸੀਤਾਫਲ, ਆਪਾਂ ਤੇ ਉਹ ਜਿਹੜਾ ਵੱਡਾ ਜਿਹਾ ਹੁੰਦਾ ਨਾ ਉਹ ਕੱਦੂ ਜਿਹਾ, ਉਹਨੂੰ ਸੀਤਾਫਲ ਸਮਝੀ ਜਾਂਦੇ ਆ, ਪਰ ਇਹ ਸੀਤਾਫਲ ਕੋਈ ਹੋਰ ਚੀਜ਼ ਹੈਗੀ ਹੈ। ਨਹੀਂ, ਇਹ ਬਿਲਕੁਲ ਸੇਬ ਦੇ ਆਕਾਰ ਦਾ ਫਲ ਹੈ ਔਰ ਬਹੁਤ ਮਿੱਠਾ ਹੁੰਦਾ, ਗਿਟਕਾਂ ਬਹੁਤ ਜ਼ਿਆਦਾ ਹੁੰਦੀਆਂ ਇਹਦੇ ਵਿੱਚ। ਇਹ ਮਤਲਬ ਸਾਊਥ 'ਚ ਜ਼ਿਆਦਾ ਹੁੰਦਾ, ਸਾਊਥ ਦੇ ਲਈ ਸਭ ਤੋਂ ਜਿਹੜਾ ਉਪਯੁਕਤ ਜਾਂ ਕਹਿੰਦੇ ਆ ਨਾ ਜਿਹੜਾ ਐਟਮੋਸਫੇਅਰ ਉੱਥੇ ਜ਼ਿਆਦਾ ਬੈਟਰ ਹੈ, ਉਹ ਉੱਥੇ ਹੀ ਹੁੰਦਾ। ਅੱਛਾ, ਇਹ ਕੈਪਟਨ ਸਾਹਿਬ ਨੂੰ ਚਾਹੀਦਾ ਸੀ ਕਿ ਜਿਹੜਾ ਇਹ ਸਿਸਵਾ ਵਾਲਾ ਫਾਰਮ ਹੈ ਨਾ, ਇਹ ਮੁੱਖ ਮੰਤਰੀ ਨੂੰ ਅਧਿਕਾਰਤ ਤੌਰ ਤੇ ਦੇ ਛੱਡਣਾ ਚਾਹੀਦਾ। ਪੈਸੇ ਪੂਹੇ ਭਾਵੇਂ ਲੈਣ, ਪੰਜਾਬ ਦੇ ਲੋਕ ਭਰ ਦੇਣਗੇ, ਕਿਉਂਕਿ ਇੱਕ ਤਰ੍ਹਾਂ ਨਾਲ ਨਾ ਜੀ ਮੁੱਖ ਮੰਤਰੀ ਦਾ ਦੂਜਾ ਘਰ ਸਿਸਵਾ ਹੀ ਮੰਨ ਲਿਆ ਗਿਆ ਸੀ ਪਿਛਲੇ 5 ਸਾਲਾਂ ਦੇ ਵਿੱਚ। ਸੋ ਸਾਰੇ ਮੁੱਖ ਮੰਤਰੀਆਂ ਨੂੰ ਇੱਕ ਫਾਰਮ ਹਾਊਸ ਮਿਲਣਾ ਚਾਹੀਦਾ ਤੇ ਸਾਰੇ ਪੰਜਾਬ ਨੂੰ ਖਜ਼ਾਨੇ ਦੇ ਵਿੱਚੋਂ ਇਹਦੀ ਬੋਲੀ ਲਾ ਕੇ ਲੈ ਲੈਣਾ ਚਾਹੀਦਾ। ਕੈਪਟਨ ਸਾਹਿਬ ਥੋੜੇ ਹੋਰ ਉੱਚੇ ਪਹਾੜ ਦੇ ਉੱਤੇ ਬਣਾ ਲੈਣਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।